ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅੰਤਰ ਮੈਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਸੰਨਿਆਸੀ। ਹਿਰਦੇ ਕਮਲ ਕਟ ਬਨ ਬ੍ਰਾਹਮਣ ਚੀਨਿਆ, ਕਾਇ ਪਿਆ ਸੰਨਿਆਸੀ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜੋ ਤਿਸ ਭਾਵੇ ਤਿਵੇਂ ਚਲਾਵੇ, ਜਿਵ ਹੋਵੇ ਫੁਰਮਾਨ। ਉਹ ਵੇਖੇ ਉਹਨਾਂ ਨਦਰ ਨ ਆਵੇ, ਬਹੁਤਾ ਏ ਵਡਾਨ। ਆਦੇਸ ਤਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੋਗ ਜੋਗ ਏਕੋ ਵੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜਿੱਦਾਂ ਆਪਾਂ ਮਹਾਰਾਜ ਦੀ ਕਿਰਪਾ ਦੇ ਨਾਲ ਜਪਜੀ ਸਾਹਿਬ ਦੀ ਕਥਾ ਆਰੰਭ ਕੀਤੀ ਹੋਈ ਆ, ਤੇ ਬੜੇ ਗੱਲਾਂ ਲੱਭ ਰਹੀਆਂ ਨੇ ਜਪਜੀ ਸਾਹਿਬ ਦੇ ਅੰਦਰੋਂ। ਪਹਿਲਾਂ ਤਾਂ ਉੱਦਾਂ ਹੀ ਪੜ੍ਹੀ ਜਾਂਦੇ ਹਾਂ, ਤੇ ਕਦੀ ਵਿਚਾਰਿਆ ਨਹੀਂ ਵੀ ਇਹਦੇ ਵਿੱਚ ਕੀ ਆ। ਹੁਣ ਮਹਾਰਾਜ ਨੇ ਇਸ ਕਿਰਪਾ ਦੇ ਨਾਲ ਜਿਉਂ ਜਿਉਂ ਅੱਗੇ ਤੁਰੇ ਜਾ ਰਹੇ ਆ, ਤੇ ਮਹਾਰਾਜ ਬਖਸ਼ਾਂ ਕਰ ਰਹੇ ਨੇ। ਮੇਨ ਜਿਹੜੀ ਗੱਲ ਸੀ ਕਿ ਸਚਿਆਰਾ ਹੋਈਏ, ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ। ਜੇ ਕੋ ਬੁੱਝੇ ਹੋਵੇ ਸਚਿਆਰ। ਕਿਵ ਸਚਿਆਰਾ ਹੋਈਏ, ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ। ਤੇ ਜੇ ਕੋ ਬੁੱਝੇ ਹੋਵੇ ਸਚਿਆਰ। ਪਰਮੇਸ਼ਰ ਨੂੰ ਬੁੱਝਣ ਤੋਂ ਬਿਨਾਂ ਕੋਈ ਬੰਦਾ ਸਚਿਆਰ ਨਹੀਂ ਹੋ ਸਕਦਾ, ਸੱਚਾ ਨਹੀਂ ਹੋ ਸਕਦਾ। ਜੋਗੀਆਂ ਨੇ ਆਖਿਆ ਨਹੀਂ, ਹੋਰ ਵੀ ਤਰੀਕਾ ਹੈਗਾ ਸਚਿਆਰ ਹੋਣ ਦਾ। ਸਾਹਿਬ ਕਹਿੰਦੇ ਉਹ ਕਿਹੜਾ ਹੈ? ਐ ਤੀਰਥ ਨਹਾਈਏ, ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ। ਐ ਸਚਿਆਰੇ ਹੋ ਜਾਈਦਾ, ਮੈਲ ਲੱਗਦੀ ਕੋਈ ਨਹੀਂ। ਸਾਹਿਬ ਕਹਿੰਦੇ ਨਾ, ਇਸ ਤਰ੍ਹਾਂ ਗੱਲ ਨਹੀਂ ਬਣਨੀ। ਕਿਆ ਭਵੀਏ, ਕਿਉਂ ਭਟਕ ਰਹੇ ਹੋ? ਹਾਂ, ਦੁਨੀਆਦਾਰ ਭਟਕੇ, ਠੀਕ ਹੈ, ਜੋਗੀ ਵੀ ਭਟਕੇ, ਫਿਰ ਜੋਗੀ ਕਾਹਦਾ? ਕਿਆ ਭਵੀਏ, ਸੱਚ ਸੂਚਾ ਹੋਏ। ਉਹ ਪਰਮੇਸ਼ਰ ਸੱਚਾ ਵਾ, ਤੇ ਜਿੰਨਾ ਚਿਰ ਉਹ ਪ੍ਰਾਪਤ ਨਹੀਂ ਹੁੰਦਾ ਉਹਨਾਂ ਚਿਰ ਸਚਿਆਰ ਹੋਇਆ ਨਹੀਂ ਜਾਣਾ। ਤੇ ਕਿਆ ਭਵੀਏ, ਕਿਉਂ ਭਟਕ ਰਹੇ ਹੋ?
ਸੱਚ ਸੂਚਾ ਹੋਏ। ਤੇ ਸਚਿਆਰ ਤੇ ਤਾਂ ਹੀ ਹੋਇਆ ਜਾਣਾ ਜੇ ਸੱਚੇ ਦਾ ਮਿਲਣ ਹੋਵੇ ਤਾਂ। ਕੱਲੀ ਸਰੀਰ ਦੀ ਸੁਚਮਤਾ ਦੇ ਨਾਲ ਸੋਚੇ ਸੋਚ ਨਾ ਹੋਵੇ। ਇਹ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਨਾ, ਇਹ ਇੱਕੇ ਲਾਈਨ ਵਿੱਚ ਸਵਾਲ ਵੀ ਆ ਤੇ ਜਵਾਬ ਵੀ ਆ। ਜਦੋਂ ਤਰੀਕੇ ਨਾਲ ਅਸੀਂ ਪੜਾਂਗੇ ਨਾ, ਸੋਚੇ ਸੋਚ ਨਾ ਹੋਵਈ ਤੇ ਨਾਲ ਹੀ ਤੇ ਅਰਥ ਵਾ। ਜੇ ਤੁਸੀਂ ਇਹਨੂੰ ਟਿਕਾ ਕੇ ਪੜੋ ਨਾ ਜਪਜੀ ਸਾਹਿਬ ਨੂੰ, ਤੇ ਸਟੀਕ ਵੀ ਪੜਨ ਦੀ ਕੋਈ ਲੋੜ ਨਹੀਂ ਹੈ ਤੇ ਕਿਸੇ ਕੋ ਅਰਥ ਵੀ ਪੜਨ ਦੀ ਲੋੜ ਨਹੀਂ। ਇਹਦੇ ਵਿੱਚ ਹੀ ਅਰਥ ਵਾ। ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ। ਹਾਂਜੀ। ਤਬ ਧਰਤੀ ਉਤਰ ਕੇ ਤਾ ਭਾਰ, ਧਰਤੀ ਹੋਰ ਪਰੇ ਹੋਰ ਹੋਰ। ਇਹ ਇੱਕ ਕੜੀ ਵਿੱਚ ਸਵਾਲ ਵਾ ਤੇ ਉਹਦੇ ਅਗਲੇ ਪਾਸੇ ਜਵਾਬ ਆ। ਵੇਖੋ ਬਾਣੀ ਗੁਰੂ ਨਾਨਕ ਸਾਹਿਬ ਨੇ ਲਿਖੀ ਆ, ਤੇ ਇਹ ਥੋੜਾ ਵੀ ਉਹਨੇ ਮਹਾਰਾਜ ਨੇ ਸਵਾਲ ਹੀ ਪੈਦਾ ਕਰ ਦਿੱਤੇ ਨੇ ਤੇ ਅਸੀਂ ਜਵਾਬ ਕਿਤੇ ਸਟੀਕਾਂ ਚੋਂ ਲੱਭਦੇ ਫਿਰੀਏ। ਗੁਰੂ ਨਾਨਕ ਸਾਹਿਬ ਨੂੰ ਹਜ਼ਾਰਾਂ ਸਵਾਲ ਜੋਗੀਆਂ ਨੇ ਕੀਤੇ ਨੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ। ਤੇ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਵਿੱਚ ਸਵਾਲ ਹੀ ਹੋਣ, ਜਵਾਬ ਨਾ ਹੋਣੇ, ਕਿਵੇਂ ਹੋ ਸਕਦਾ ਹੈ? ਕਿਵੇਂ ਹੋ ਸਕਦਾ ਹੈ? ਮੁੰਦਾ ਸੰਤੋਖ, ਮੁੰਦਾ ਸਵਾਲ ਵਾ, ਸਾਹਿਬ ਕਹਿੰਦੇ ਸੰਤੋਖ। ਝੋਲੀ ਸ਼ਰਮਪਤ ਝੋਲੀ, ਬਭੂਤ ਧਿਆਨ ਕੀ ਬਭੂਤ, ਖਿੰਥਾ ਕਾਲ, ਨਾਲ ਹੀ ਤੇ ਜਵਾਬ। ਪਰ ਅਸੀਂ ਪੜ੍ਹਿਆ ਕਿ ਮੁੰਦਾ ਸੰਤੋਖ ਸ਼ਰਮਪਤ ਧਿਆਨ ਕੀ ਕਰੇ ਬਭੂਤ, ਇੰਨੇ ਚ ਪੜ੍ਹ ਕੇ ਵਿਹਲੇ ਹੋ ਗਏ। ਤੇ ਇੱਥੋਂ ਕੀ ਅਰਥ ਲੱਭਣਾ ਹੈ? ਮੁੰਦਾ ਸੰਤੋਖ, ਝੋਲੀ ਕੀ ਸ਼ਰਮਪਤ ਝੋਲੀ, ਬਭੂਤ ਕਾਹਦੀ ਬਭੂਤ, ਧਿਆਨ ਕੀ ਬਭੂਤ। ਸਵਾਹ ਕਿਹੜੀ? ਧਿਆਨ ਦੀ। ਧਿਆਨ ਕੀ ਕਰੇ ਬਭੂਤ। ਖਿੰਥਾ ਕਾਲ ਮੌਤ। ਵੇਖੋ ਜੇ ਤੁਸੀਂ ਰੋਕ ਕੇ ਪੜੋਗੇ ਤੇ ਵਿੱਚ ਹੀ ਸਭ ਕੁਝ ਹੋਇਆ ਇਹਦੇ ਤਾਂ। ਇਹ ਤੇ ਪੜਿਆ ਹੀ ਨਹੀਂ ਰੋਕ ਕੇ, ਤੇ ਉਦਾਂ ਹੀ ਚਾੜ ਦਿਓ ਪਟੇ, ਪਟੇ ਹੀ ਚੜਦੇ ਰਹੇ। ਕੁਵਾਰੀ ਕਾਇਆ, ਜੁਗਤ ਕਿਹੜੀ ਆ? ਜੁਗਤ ਕੁਵਾਰੀ ਕਾਇਆ। ਡੰਡਾ ਕਿਹੜਾ ਵਾ? ਪ੍ਰਤੀਤ, ਡੰਡਾ ਪ੍ਰਤੀਤ ਹੈ। ਪੰਥ ਕਿਹੜਾ ਤੁਹਾਡਾ? ਸਗਲ ਜਮਾਤੀ। ਹੁਣ ਇਹ ਥੋੜਾ ਕੋਈ ਅਸੀਂ ਕੋਈ ਅਰਥ ਕਿਤੇ ਕਿਸੇ ਸਟੀਕ ਚੋਂ ਲੱਭੀਏ। ਬਾਬੇ ਨੇ ਗੁਰੂ ਨਾਨਕ ਸਾਹਿਬ ਨੇ ਅਰਥ ਕੀਤੇ ਹੋਏ ਨੇ, ਤੇ ਗੁਰੂ ਨਾਨਕ ਸਾਹਿਬ ਦੇ ਅਰਥਾਂ ਤੋਂ ਉੱਪਰ ਕੌਣ ਅਰਥ ਕਰ ਸਕਦਾ ਹੈ ਧਰਮ ਦੇ? ਮੈਂ ਕਰ ਸਕਦਾ ਕੋਈ ਧਰਮ ਦੇ ਅਰਥ? ਕੋਈ ਗਿਆਨੀ ਕਰ ਸਕਦਾ? ਨਹੀਂ, ਧਰਮ ਦੇ ਅਰਥ ਗੁਰੂ ਨਾਨਕ ਸਾਹਿਬ ਨੇ ਕੀਤੇ ਨੇ। ਇਹ ਡੰਡਾ ਨਹੀਂ ਗਾ। ਸਾਹਿਬ ਕਹਿੰਦੇ ਪ੍ਰਤੀਤ, ਡੰਡਾ ਪ੍ਰਤੀਤ। ਤੁਹਾਡਾ ਧੜਾ ਕਿਹੜਾ ਵਾ? ਆਈ ਪੰਥੀ। ਕਿਹੜਾ ਤੁਹਾਡਾ ਪੰਥ? ਕਿਹੜਾ? ਸਗਲ ਜਮਾਤੀ, ਸੰਸਾਰ ਹੀ ਸਾਡਾ ਧੜਾ ਵਾ। ਧੜਿਆਂ ਨੂੰ ਮੈਂ ਤੇ ਮਟਾਉਣ ਆਇਆ, ਤੇ ਤੁਸੀਂ ਮੈਨੂੰ ਤੇ ਮੇਰੇ ਅੱਗੇ ਹੀ ਧੜਾ ਖੜਾ ਕਰਕੇ ਰੱਖ ਦਿੱਤਾ। ਤੁਸਾਂ ਤਾਂ ਮੈਂ ਤੇ ਧੜੇ ਮਟਾਉਣਾ ਚਾਹੁੰਦਾ ਹੈ, ਤੇ ਤੁਸੀਂ ਧੜੇ ਖੜੇ ਕਰਨ ਦੇ ਹੋ। ਤੇ ਮੈਂ ਤੇ ਅੱਗੇ ਵੀ ਕਹਿਣਾ ਹੁੰਦਾ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਡਾ ਕੋਈ ਧੜਾ ਨਹੀਂ ਸੀ। ਜੋਗੀ ਗੁਰੂ ਰਾਮਦਾਸ ਦੇ ਕੋਲ ਅੰਮ੍ਰਿਤਸਰ ਆਉਂਦੇ ਨੇ, ਤੇ ਜਦੋਂ ਰਚਨਾ ਵੇਖਦੇ ਨੇ, ਲੀਲਾ ਵੇਖਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ, ਸੰਗਤਾਂ ਸਰੋਵਰ ਦੀ ਸੇਵਾ ਕਰਨ ਦਈਆਂ ਨੇ, ਕੋਈ ਟੋਕਰੀ ਢਾਉਣ ਦਿਆ, ਕੋਈ ਇੱਟਾਂ ਪੱਥਣ ਦਿਆ। ਬਾ ਕਿਆ ਲੀਲਾ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦੇ ਦਰ ਦੀ। ਜੋਗੀ ਕਹਿਣ ਲੱਗੇ ਤੁਹਾਡਾ ਧੜਾ ਕਿਹੜਾ ਵਾ? ਆ ਲੋਕ ਤੁਸੀਂ ਇਕੱਠੇ ਕੀਤੇ ਹੋਏ ਹੋ,
ਇਹ ਕਿਹੜੇ ਧੜੇ ਦੇ ਲੋਕ ਨੇ? ਇਹ ਕਹਿਣਗੇ ਰੱਬ ਦੀ ਸੰਗਤ ਦਾ ਕੋਈ ਧੜਾ ਨਹੀਂ ਹੈ ਸਾਡਾ, ਅਸੀਂ ਨਹੀਂ ਧੜਾ ਚਾਹੁੰਦੇ ਕੋਈ ਵੀ, ਸਾਡਾ ਕੋਈ ਧੜਾ ਨਹੀਂ। ਜੋਗੀ ਕਹਿਣ ਲੱਗਿਆ ਜਿਨ੍ਹਾਂ ਲੋਕਾਂ ਨੂੰ ਤੁਸੀਂ ਇਕੱਠਿਆਂ ਕੀਤਾ ਹੋਇਆ ਇਹ ਕਿਹਦਾ ਧੜਾ ਵਾ? ਸਾਹਿਬ ਕਹਿਣ ਲੱਗੇ ਹਮ ਹਰ ਸਿਉ ਧੜਾ ਕੀਆ, ਮੈਂ ਰੱਬ ਦੇ ਧੜੇ ਦਾ ਬੰਦਾ ਤੇ ਆ ਸੰਗਤ ਵੀ ਰੱਬ ਦਾ ਹੀ ਧੜਾ ਵਾ, ਇਹ ਰੱਬ ਦਾ ਹੀ ਧੜਾ ਵਾ। ਪਰ ਅੱਜ ਉਸ ਗੁਰੂ ਨਾਨਕ ਦੇ ਪੰਥ ਨੂੰ ਕੁਝ ਕੁ ਬੰਦਿਆਂ ਨੇ ਧੜਿਆਂ ਵਿੱਚ ਵੰਡ ਕੇ ਲੀਰੋ ਲੀਰ ਕਰ ਛੱਡਿਆ ਹੈ, ਲੀਰੋ ਲੀਰ ਕਰ ਛੱਡਿਆ। ਮੈਂ ਫੇਰ ਕਹਿ ਦਿਆਂ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਡਾ ਕੋਈ ਧੜਾ ਹੀ ਨਹੀਂ ਸੀ। ਧੜੇ ਤੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਬੜੇ ਸਨ। ਜੇ ਧੜਿਆਂ 'ਚ ਅਸੀਂ ਵੰਡੇ ਜਾਣਾ ਸੀ ਤੇ ਫਿਰ ਬਾਬੇ ਨੂੰ ਏਡਾ ਵੱਡਾ ਪ੍ਰਚਾਰ ਕਰਨ ਦੀ ਕੀ ਲੋੜ ਪੈ ਗਈ ਸੀ? ਕਹਿਣ ਲੱਗੇ ਆਹੀ ਪੰਥੀ। ਸਾਹਿਬ ਕਹਿੰਗੇ ਨਾ, ਪੰਥ ਤੇ ਝਗੜੇ ਪੈਦਾ ਕਰਦੇ ਨੇ, ਪੰਥ ਤਾਂ ਕਬਜ਼ੇ ਕਰਦੇ ਨੇ, ਧੜੇ ਤਾਂ ਕਬਜ਼ੇ ਕਰਦੇ ਨੇ। ਅੱਜ ਵੀ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਹਜ਼ਾਰਾਂ ਕਿੱਲੇ ਸਾਡੀ ਜ਼ਮੀਨ ਆ ਗੁਰਦੁਆਰਿਆਂ ਦੀ, ਕੁਝ ਬੰਦਿਆਂ ਨੇ ਬੰਦੂਕਾਂ ਰੱਖ ਕੇ ਡੇਰਿਆਂ 'ਚ ਤੇ ਉਹਨਾਂ ਜ਼ਮੀਨਾਂ ਉੱਤੇ ਕਬਜ਼ੇ ਕੀਤੇ ਹੋਏ ਨੇ, ਧੜੇ ਬਣਾਏ ਹੋਏ ਨੇ। ਕਿਉਂ ਧੜੇ ਬਣਾਉਂਦੇ ਨੇ? ਉਹਨਾਂ ਕਬਜ਼ੇ ਕਰਨੇ ਹੁੰਦੇ। ਮੈਂ ਅੱਗੇ ਵੀ ਕਹਿੰਦਾ, ਇੱਕ ਗੁਰਦੁਆਰਾ ਵਾ ਮਾਲਵੇ ਦੇ ਅੰਦਰ ਜਿਹੜਾ ਵਾਕਈ ਗੁਰਦੁਆਰਾ ਵਾ, ਜਿੱਥੇ ਧੜੇ ਕੋਈ ਸੰਸਥਾ ਨਹੀਂ ਹੈ, ਜਿੱਥੇ ਕੋਈ ਧੜਾ ਨਹੀਂ ਬੈਠਾ, ਉਹ ਪਿੰਡ ਆ ਲੰਮਾ। ਉੱਥੇ 10ਵੇਂ ਪਾਤਸ਼ਾਹ 21 ਦਿਨ ਬੈਠੇ ਰਹੇ। 21 ਦਿਨ ਜਦੋਂ ਉੱਚ ਦੇ ਪੀਰ ਬਣ ਕੇ ਜਾਂਦੇ ਆ ਨਾ, ਉਸ ਪਿੰਡ ਦੇ ਵਿੱਚ 21 ਦਿਨ ਰਹੇ ਨੇ। ਤੇ ਉੱਥੇ ਗੁਰਦੁਆਰਾ ਵਾ ਇੱਕ ਇਤਿਹਾਸੀ ਗੁਰਦੁਆਰਾ। 3 ਗੁਰਦੁਆਰੇ, 2 10ਵੇਂ ਪਾਤਸ਼ਾਹ ਦੇ ਨੇ ਲੰਮੇ ਪਿੰਡ 'ਚ। ਇਹ ਮੋਗੇ ਦੇ ਲਾਗੇ ਪੈਂਦਾ। ਦੋ 10ਵੇਂ ਪਾਤਸ਼ਾਹ ਦੇ ਗੁਰਦੁਆਰੇ ਨੇ। ਗੁਰਦੁਆਰਾ ਪੰਜੂਆਣਾ ਸਾਹਿਬ 10ਵੇਂ ਪਾਤਸ਼ਾਹ ਨੇ ਉੱਥੇ ਆਪਣੇ ਪੰਜੇ ਨਾਲ ਛੱਪੜ ਵਿੱਚੋਂ ਮਿੱਟੀ ਐ ਕੱਢੀ, ਸਰੋਵਰ ਵਿੱਚੋਂ। ਉਹਦਾ ਨਾਂ ਪੈ ਗਿਆ ਪੰਜੂਆਣਾ ਸਾਹਿਬ। 10ਵੇਂ ਪਾਤਸ਼ਾਹ ਨੇ ਆਪਣਾ ਪੰਜਾ ਲਾਇਆ ਉੱਥੇ। ਤੇ ਜਿੱਥੇ 10ਵੇਂ ਪਾਤਸ਼ਾਹ ਆਰਾਮ ਕਰਦੇ ਸਨ, ਜਿਸ ਘਰ ਦੇ ਵਿੱਚ, ਜਿਸ ਪ੍ਰੇਮੀ ਦੇ ਘਰ ਵਿੱਚ, ਉੱਥੇ ਗੁਰਦੁਆਰਾ ਦਮਦਮਾ ਸਾਹਿਬ। ਤੇ ਦੂਸਰੇ ਪਾਸੇ ਪਿੰਡ ਦੇ ਗੁਰਦੁਆਰਾ ਕਰੀਰ ਸਾਹਿਬ ਆ 6ਵੇਂ ਪਾਤਸ਼ਾਹ ਦਾ। ਉੱਥੇ ਗੋਲਕ ਵੀ ਆ, ਉੱਥੇ ਲੰਗਰ ਵੀ ਚੱਲਦਾ। ਪਰ ਉਸ ਕਮੇਟੀ ਨੇ ਕਿਹਾ ਵੀ ਜਿਹੜਾ ਵੀ ਪਿੰਡ ਦਾ ਗਰੀਬ ਗੁਰਬਾ ਅਖੰਡ ਪਾਠ ਇੱਥੇ ਰਖਾਵੇਗਾ, ਉਹ ਗੋਲਕ ਵਿੱਚੋਂ ਪੈਸੇ ਕੱਢ ਕੇ ਤੇ ਪਾਠੀਆਂ ਦੀ ਭੇਟਾ ਦਿੱਤੀ ਜਾਊਗੀ। ਇਹਨੂੰ ਕਹਿੰਦੇ ਗੁਰਦੁਆਰਾ। ਇਸ ਕੰਮ ਵਾਸਤੇ ਸਾਡੀਆਂ ਧਰਮਸ਼ਾਲਾ ਸੀ ਵੀ ਗੋਲਕ ਰੱਖ ਦਿਓ, ਜਿਦ ਕੋ ਵੱਧ ਵਾ ਗੋਲਕ 'ਚ ਪਾ ਜੇ ਤੇ ਜਿਹਨੂੰ ਲੋੜ ਵਾ ਉਹਨੂੰ ਦੇ ਦਿਓ। ਇਹ ਗੋਲਕ ਦਾ ਮਤਲਬ ਇਹ ਹੁੰਦਾ ਸੀ। ਗੋਲਕ ਦਾ ਮਤਲਬ ਇਹ ਨਹੀਂ ਵੀ ਲਾਗੇ ਬੰਦੂਕਾਂ ਰੱਖ ਕੇ ਬਹਿ ਜਾਓ, ਹੁਣ ਗੋਲਕ ਕੋਈ ਚੁੱਕ ਨਾ ਲੈ ਜੇ। ਮੈਨੂੰ ਉਹ ਗੁਰਦੁਆਰਾ ਇੱਕ ਦਿਖਿਆ ਸਾਰੇ ਪੰਜਾਬ ਦੇ ਅੰਦਰ, ਹੋਰ ਵੀ ਹੈਗੇ ਹੋਣਗੇ ਇਦਾਂ ਦੇ। ਪਿੰਡ 'ਚ ਕੋਈ ਗਰੀਬ ਦਾ ਕੋਈ ਮਰਗ ਹੋ ਜੇ, ਕੋਈ ਧੀ ਦੀ ਸ਼ਾਦੀ ਕਰਨੀ ਹੋਵੇ, ਉਸ ਕਮੇਟੀ ਨੇ ਆਖਿਆ ਤੁਸੀਂ ਗੁਰਦੁਆਰੇ ਆ ਜਾਓ, ਇੱਥੇ ਲੰਗਰ ਪ੍ਰਬੰਧ ਕਮੇਟੀ ਕਰੂਗੀ ਗਰੀਬ ਦੀ ਧੀ ਦਾ। ਇਹਨੂੰ ਕਹਿੰਦੇ ਜੇ ਸੇਵਾ। ਆਹ ਨਹੀਂ ਜੇ ਸੇਵਾ ਜਿਹੜੀ ਤੁਸੀਂ ਚੁੱਲ੍ਹੇ ਪੁੱਟ ਕੇ ਸੜਕਾਂ ਤੇ ਬਹਿ ਗਏ ਜੇ। ਇਹ ਤੁਹਾਡੇ ਪਤਨ ਦੀਆਂ ਨਿਸ਼ਾਨੀਆਂ ਨੇ ਤੇ ਤੁਹਾਡੀ ਖੁਆਰੀ ਦੀਆਂ ਨਿਸ਼ਾਨੀਆਂ ਨੇ। ਤੁਸੀਂ ਖੁਆਰ ਹੋਗੇ ਲੋਕੋ। ਨਾ ਗੁਰੂ ਨਾਨਕ ਦੇ ਸਿਧਾਂਤ ਨੂੰ ਤੁਸੀਂ ਸਮਝਿਆ ਨਾ,
ਤੁਸੀਂ ਖੁਆਰ ਹੋਗੇ, ਹੋ ਗਈ ਨੌਜਵਾਨੀ ਪੀੜ੍ਹੀ ਬਰਬਾਦ। ਕੋਈ ਲੋੜਵੰਦ, ਕੋਈ ਗਰੀਬ ਗੁਰਬੇ ਦੀ ਕੋਈ ਬਿਮਾਰੀ, ਕੋਈ ਖੰਡ ਪਾਠ, ਕੋਈ ਭੇਟਾ ਨਹੀਂ। ਗੋਲਕ ਖੋਲ ਕੇ ਮਹੀਨੇ ਬਾਅਦ ਪਾਠੀਆਂ ਨੂੰ ਭੇਟਾ ਦਿੱਤੀ ਜਾਊਗੀ। ਤੁਸੀਂ ਉਸ ਤਰ੍ਹਾਂ ਗੁਰਦੁਆਰੇ ਆਣ ਕੇ ਬਹਿ ਜਾਓ, ਕਮੇਟੀ ਸਾਰਾ ਪ੍ਰਬੰਧ ਕਰੂਗੀ। ਉੱਥੇ ਚੁੱਲ੍ਹੇ ਵੀ ਹੈਗੇ ਨੇ, ਸਿਲੰਡਰ ਵੀ ਹੈਗੇ ਨੇ, ਬਰਤਨ ਵੀ ਹੈਗੇ ਨੇ, ਹਾਲ ਵੀ ਹੈਗਾ ਜਿੱਥੇ ਬੈਠ ਕੇ ਤੁਸੀਂ ਭੋਜਨ ਪਾਣੀ ਛਕਣਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇੱਥੇ ਤੁਹਾਡੇ ਇਲਾਕੇ 'ਚ ਰਾਮ ਰਹੀਮ ਦਾ ਬੜਾ ਬੋਲਬਾਲਾ ਹੈ, ਤੇ ਤੁਹਾਡੇ ਪਿੰਡ ਦੇ ਗਰੀਬ ਲੋਕ ਗਏ ਨਹੀਂ ਰਾਮ ਰਹੀਮ ਕੋ? ਕਹਿਣ ਲੱਗੇ ਨੇ ਇਸ ਗੁਰਦੁਆਰੇ ਨੂੰ ਪਿੰਡ ਨੇ ਬਚਾਇਆ ਹੋਇਆ। ਕਿਤੇ ਜਾਓ ਮਾਲ ਵਿੱਚ, ਹਰ 10 ਕਿਲੋਮੀਟਰ ਤੇ 10ਵੇਂ ਪਾਤਸ਼ਾਹ ਦਾ ਇੱਕ ਸਥਾਨ ਵਾ, ਹਰ 10 ਕਿਲੋਮੀਟਰ ਤੇ ਉੱਥੇ ਰਾਮ ਰਹੀਮ ਨੇ ਥਾਂ ਥਾਂ ਤੇ ਡੇਰੇ ਪਾ ਕੇ ਸਿੱਖਾਂ ਨੂੰ ਆਪਣੇ ਜੋੜ ਲਿਆ। ਸਿੱਖ ਗੁਰਦੁਆਰੇ ਛੱਡ ਕੇ, ਗੁਰੂ ਘਰ ਹੀ ਛੱਡ ਕੇ ਉਹ ਰਾਮ ਰਹੀਮ ਇੱਕ ਬਲਾਤਕਾਰੀ ਸਾਧ ਦੇ ਪਿੱਛੇ ਲੱਗ ਗਿਆ। ਕਹਿਣ ਲੱਗੇ ਫਿਰ ਇਸ ਗੋਲਕ ਦਾ ਸਦਕਾ ਇਸ ਪਿੰਡ ਦਾ ਗਰੀਬ ਤਬਕਾ ਜਿਹੜਾ ਉਹ ਕਿਸੇ ਡੇਰੇ ਤੇ ਨਹੀਂ ਗਿਆ, ਉਹ ਗੁਰਦੁਆਰੇ ਹੀ ਆਉਂਦਾ ਹੈ। ਇੱਥੋਂ ਲੋੜਾਂ ਪੂਰੀਆਂ ਹੁੰਦੀਆਂ ਉਹਨਾਂ ਦੀਆਂ। ਉਹ ਕਹਿਣ ਲੱਗੇ ਤੁਹਾਡਾ ਧੜਾ ਕਿਹੜਾ ਵਾ? ਆਈ ਪੰਥੀ। ਸਾਹਿਬ ਕਹਿੰਦੇ ਨਾ 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 ਨਾ, ਇਹ ਪੰਥ ਤਾਂ ਝਗੜੇ ਖੜਾ ਕਰਦੇ ਨੇ, ਪੰਥ ਤਾਂ ਲੜਾਈਆਂ ਦਾ ਕਾਰਨ ਬਣਦੇ ਨੇ। ਗੁਰੂ ਰਾਮਦਾਸ ਆਖਣ ਲੱਗੇ ਹਮ ਹਰ ਸਿਉ ਧੜਾ ਕੀਆ। ਆ ਜਿਹੜੀ ਸੰਗਤ ਸਰੋਵਰ ਦੀ ਸੇਵਾ ਕਰ ਰਹੀ ਹੈ, ਇਹ ਰੱਬ ਦਾ ਧੜਾ ਵਾ। ਇਹ ਮੇਰਾ ਧੜਾ ਨਹੀਂ ਹੈ, ਇਹ ਬੰਦੇ ਦਾ ਧੜਾ ਨਹੀਂ ਹੈ, ਇਹ ਰੱਬ ਦਾ ਧੜਾ ਹੈ। ਹਮਾਰਾ ਧੜਾ ਹਰ ਰਿਹਾ ਸਮਾਈ, ਹਮ ਹਰ ਸਿਉ ਧੜਾ ਕੀਆ। ਬਦਕਿਸਮਤ ਲੋਕ ਨੇ ਜਿਸ ਗੁਰੂ ਨਾਨਕ ਨੇ ਧੜੇ ਖਤਮ ਕੀਤੇ ਹੋਣ ਤੇ ਉਸ ਬਾਬੇ ਦੇ ਆਪਣੇ ਹਜ਼ਾਰਾਂ ਧੜੇ ਬਣ ਗਏ ਹੋਣ, ਤੇ ਕਿਰਤੀ ਸਿੱਖ ਨੇ ਨਹੀਂ ਧੜੇ ਬਣਾਏ। ਇਹ ਨਾਮ ਜਪਣ ਵਾਲੇ ਸਿੱਖ ਨੇ ਧੜੇ ਨਹੀਂ ਬਣਾਏ, ਇਹ ਬਦਮਾਸ਼ਾਂ ਨੇ ਬਣਾਏ ਹੋਏ ਨੇ। ਜੇ ਬਦਮਾਸ਼ ਨੇ ਬਦਮਾਸ਼ੀ ਕਰਨੀ ਹੈ, ਉਹਨੇ 10 ਗੁੰਡੇ ਨਾਲ ਰੱਖਣੇ ਨੇ। ਰੱਬ ਖੈਰ ਕਰੇ। ਮੈਂ ਕਹਿਣ ਲੱਗਾ ਇਹ ਜਪਜੀ ਸਾਹਿਬ ਇਹੋ ਜਿਹੀ ਬਾਣੀ ਆ ਕਿ ਇੱਕ ਲਾਈਨ ਵਿੱਚ ਸਵਾਲ ਵੀ ਆ ਤੇ ਜਵਾਬ ਵੀ ਆ। ਮੁੰਦਾ ਸਾਹਿਬ ਕਹਿੰਦੇ ਸੰਤੋਖ, ਝੋਲੀ ਕਿੱਥੇ ਆ ਤੁਹਾਡੀ? ਸ਼ਰਮਪਤ ਝੋਲੀ। ਬਬੂਟ ਕਿੱਥੇ ਆ ਤੁਹਾਡੀ? ਧਿਆਨ ਕੀ ਕਰੇ ਬਬੂਟ। ਤੁਹਾਡੀ ਝੋਲੀ ਕਿੱਥੇ ਆ? ਤੁਸੀਂ ਕਿਹੜਾ ਕੱਪੜਾ ਪਾਇਆ ਹੋਇਆ, ਕਿਹੜਾ ਚੋਲਾ ਪਾਇਆ ਹੈ? ਖਿੰਥਾ ਕਾਲ, ਮੌਤ ਨੂੰ ਯਾਦ ਰੱਖਣਾ ਇਹ ਸਾਡਾ ਚੋਲਾ ਵਾ। ਜੁਗਤੀ ਕਿਹੜੀ ਆ? ਕੁਆਰੀ ਕਾਇਆ ਜੁਗਤ। ਡੰਡਾ ਕਿੱਥੇ ਤੁਹਾਡਾ? ਡੰਡਾ ਪ੍ਰਤੀਤ ਵਾ। ਧੜਾ ਕਿਹੜਾ ਤੁਹਾਡਾ? ਆਈ ਪੰਥੀ। ਕਿਹੜਾ ਪੰਥ ਤੁਹਾਡਾ? ਜੋਗੀਆਂ ਦਾ ਸਭ ਤੋਂ ਉੱਤਮ ਆਈ ਪੰਥ ਵਾ। ਸਾਹਿਬ ਕਹਿਣ ਲੱਗੇ ਸਗਲ ਜਮਾਤੀ। ਮੈਂ ਆਪਣਾ ਧੜਾ ਕੋਈ ਨਹੀਂ ਕਾਇਮ ਕਰਨਾ। ਆ ਸੰਸਾਰ ਰੱਬ ਨੇ ਇੱਕ ਧੜਾ ਬਣਾਇਆ, ਮੈਂ ਇਸ ਧੜੇ ਦਾ ਵੀ ਵਫਾਦਾਰ ਬੰਦਾ ਹੈ। ਇਸ ਸੰਸਾਰ ਤੇ ਰੱਬ ਨੇ ਆਪਣਾ ਧੜਾ ਬਣਾਇਆ ਸੀ ਤੇ ਦੁਨੀਆ ਤੇ ਆਪੋ ਆਪਣੇ ਧੜੇ ਬਣਾ ਕੇ ਬਹਿ ਗਈ ਹੋਈ। ਆਈ ਪੰਥੀ, ਕੋਈ ਆਈ ਪੰਥੀ ਨਹੀਂ, ਕੋਈ ਪੰਥ ਨਹੀਂ, ਕੋਈ ਧੜਾ ਨਹੀਂ। ਸਗਲ ਜਮਾਤੀ, ਸਾਰਾ ਸੰਸਾਰ ਹੀ ਧੜਾ ਹੈ। ਤੇ ਜੇ ਤੁਸੀਂ ਸਾਰੇ ਸੰਸਾਰ ਨੂੰ ਧੜਾ ਨਹੀਂ ਮੰਨੋਗੇ, ਕੁਝ ਕੁ ਬੰਦੇ ਇਕੱਠੇ ਕਰਕੇ ਡੇਰਾ ਪਾ ਕੇ ਤੇ ਇੱਕ ਧੜਾ ਕਾਇਮ ਕਰ ਲੋਗੇ, ਤੇ ਫਿਰ ਬੰਦੂਕਾਂ ਰੱਖਣੀਆਂ ਪੈਣਗੀਆਂ। ਕਿਉਂ? ਧੜੇ ਲੜਾਉਂਦੇ ਨੇ। ਕੌਮਾਂ ਬਰਬਾਦ ਹੁੰਦੀਆਂ ਨੇ ਧੜਿਆਂ ਦੇ ਕਾਰਨ। ਰਾਫ ਜੀ ਇਮਾਮ ਸਾਫੀ, ਕੋਈ ਇਮਾਮ ਬਣ ਗਿਆ, ਕੋਈ ਸਾਫੀ ਬਣ ਗਿਆ, ਕੋਈ ਸੀਆਂ ਬਣ ਗਿਆ, ਕੋਈ ਸੁੰਨੀ ਬਣ ਗਿਆ, ਕੋਈ ਟਕਸਾਲੀ ਬਣ ਗਿਆ, ਕੋਈ ਅਕਾਲੀ ਬਣ ਗਿਆ, ਕੋਈ ਨਿਹੰਗ ਬਣ ਗਿਆ, ਕੋਈ ਨਾਨਕਸਰੀਆ ਬਣ ਗਿਆ। ਬੜੇ ਧੜੇ ਨੇ ਸਾਡੇ ਵਿੱਚ।
ਅਸੀਂ ਅਖੰਡ ਕੀਰਤਨੀ ਜਥੇ ਦੇ ਬੰਦੇ ਹਾਂ ਜੀ। ਉਹ ਰੱਬ ਦੇ ਬੰਦੇ ਹੋ ਤੁਸੀਂ, ਅਖੰਡ ਕੀ ਜਥੇ ਦੇ ਬੰਦੇ ਬਣ ਗਏ ਹੋ। ਮੈਂ ਬੰਦਾ ਬਹਿ ਖਰੀਦ, ਮੈਂ ਉਸ ਰੱਬ ਦਾ ਗੁਲਾਮ ਖਰੀਦਿਆ ਹੋਇਆ। ਮੈਂ ਕਿਸੇ ਅਖੰਡ ਕੀ ਜਥੇ ਦਾ ਬੰਦਾ ਨਹੀਂ ਹਾਂ। ਮੈਂ ਕੋਈ ਟਕਸਾਲੀ ਨਹੀਂ ਹਾਂ, ਮੈਂ ਕੋਈ ਅਕਾਲੀ ਨਹੀਂ ਹਾਂ। ਮੈਂ ਰੱਬ ਦਾ ਬੰਦਾ ਹਾਂ। ਮੈਂ ਬੰਦਾ ਬਹਿ ਖਰੀਦ। ਸਾਹਿਬ ਕਹਿਣ ਲੱਗੇ ਕੋਈ ਧੜਾ ਨਹੀਂ ਹੈ। ਆਈ ਪੰਥੀ ਉਹਨਾਂ ਦਾ ਸਵਾਲ ਹੈ। ਸਾਹਿਬ ਕਹਿੰਦੇ ਨਹੀਂ ਆਈ ਪੰਥੀ ਸਗਲ ਜਮਾਤੀ। ਸਾਰਾ ਸੰਸਾਰ ਹੀ ਰੱਬ ਦਾ ਧੜਾ ਹੈ ਤੇ ਮੈਂ ਵੀ ਉਸ ਧੜੇ ਵਿੱਚ ਸ਼ਾਮਲ ਹਾਂ। ਤੇ ਮੈਂ ਆਪਣਾ ਧੜਾ ਵੱਖਰਾ ਕਿਉਂ ਪਾਵਾਂ? ਇਹ ਧੜੇ ਸਵਾਰਥੀ ਲੋਕਾਂ ਨੇ ਬਣਾਏ ਹੋਏ ਨੇ। ਮੈਂ ਕਹਿ ਰਿਹਾ ਬਾਣੀ ਬੜੀ ਵਿਸ਼ਾਲ ਹੈ। ਮੱਥਾ ਕਿਸ ਨੂੰ ਟੇਕਦੇ ਹੋ? ਆਦੇਸ਼ ਤਿਸੇ ਆਦੇਸ਼, ਅਸੀਂ ਉਸ ਨੂੰ ਮੱਥਾ ਟੇਕਦੇ ਹਾਂ। ਅਗਲਾ ਸਵਾਲ ਸੀ ਉਹਨਾਂ ਦਾ, ਭੁਗਤ ਚੂਰਮਾ ਕਿਹੜਾ ਖਾਂਦੇ ਹੋ? ਚੂਰੀ ਕਿਹੜੀ ਖਾਂਦੇ ਹੋ? ਗਿਆਨ। ਗਿਆਨ ਕਿੱਥੇ? ਅਸੀਂ ਤੇ ਚੂਰੀ ਨੂੰ ਲੋਟਿਆਂ 'ਚ ਪਾ ਕੇ ਰੱਖਿਆ, ਖੱਪਰਾਂ 'ਚ ਪਾਇਆ। ਤੁਸੀਂ ਕਿੱਥੇ ਪਾ ਕੇ ਰੱਖਿਆ ਹੈ ਚੂਰਮਾ? ਦਇਆ ਭੰਡਾਰਨ। ਭੰਡਾਰਨ ਕਹਿੰਦੇ ਨੇ ਜਿਹਦੇ ਵਿੱਚ ਚੀਜ਼ ਪਾਈ ਜਾਵੇ, ਪੱਤਰ ਭਾਂਡਾ ਖੱਪਰ। ਸਾਹਿਬ ਕਹਿੰਦੇ ਗਿਆਨ ਉੱਥੇ ਪੈਂਦਾ ਜਿਹਦੇ ਅੰਦਰ ਦਇਆ ਹੋਵੇ। ਕਿਤਾਬਾਂ ਪੜ੍ਹਨਾ ਥੋੜਾ ਕੋਈ ਗਿਆਨ ਹੁੰਦਾ ਰੱਬ ਦਾ। ਦੁਨੀਆ ਭੁਲੇਖੇ 'ਚ ਜੀਂਦੀ ਆ ਵੀ ਸ਼ਾਇਦ ਗਿਆਨ ਦੀਆਂ ਕਿਤਾਬਾਂ ਪੜ੍ਹ ਲਾਂਗੇ ਤੇ ਗਿਆਨੀ ਬਣ ਜਾਵਾਂਗੇ। ਬਾਬੇ ਨੇ ਆਖਿਆ ਨਾ ਨਾ, ਪੜ੍ਹ ਗੱਡੀ ਲੱਦੀਏ। ਬੜੇ ਪੜਾਕੂ ਤੁਰੇ ਫਿਰਦੇ ਨੇ, ਬੜੀ ਦੁਨੀਆ ਪੜ੍ਹੀ ਤੁਰੀ ਫਿਰਦੀ ਇੱਥੇ। ਉਹਨਾਂ ਆਖਿਆ ਫਿਰ ਕੀ ਤਰੀਕਾ ਗਿਆਨ ਦਾ? ਗਿਆਨ ਕੀ ਮੁਦਰਾ ਕੀ ਆ? ਤਰੀਕਾ ਕੀ ਆ? ਅਕਲਪਤ ਮੁੰਦਰਾ ਗੁਣ ਗਿਆਨ ਵਿਚਾਰੀ ਅਲੇ। ਉਹ ਕਹਿਣ ਲੱਗੇ ਗਿਆਨ ਨਾਲ, ਗੁਰੂ ਦੇ ਗਿਆਨ ਨਾਲ ਰੱਬ ਦਾ ਗਿਆਨ ਕਿਵੇਂ ਹੁੰਦਾ ਹੈ? ਬੜਾ ਸਵਾਲ ਸੀ ਉਹਨਾਂ ਦਾ। ਇੱਕ ਹੋਰ ਸਵਾਲ ਆਉਂਦਾ ਹੈ। ਸਿੱਧਾਂ ਨੇ ਆਖਿਆ ਤੁਸੀਂ ਇਹ ਬਹੁਤ ਤਲਖੀ ਦੇ ਨਾਲ ਸਵਾਲ ਜਵਾਬ ਸਿੱਧਾਂ ਦੇ ਹੁੰਦੇ ਆ ਗੁਰੂ ਨਾਨਕ ਸਾਹਿਬ ਦੇ। ਕਹਿਣ ਲੱਗੇ ਗੁਰੂ ਕੋਲੋਂ ਗਿਆਨ ਕਿਵੇਂ ਮਿਲਦਾ ਹੈ ਤੇ ਜਿਹਨੂੰ ਗੁਰੂ ਗਿਆਨ ਦੇ ਦਿੰਦਾ ਉਹਦੀ ਨਿਸ਼ਾਨੀ ਕੀ ਆ? ਰੋਸ ਨਾ ਕੀਜੇ ਉੱਤਰ ਦੀਜੇ, ਗੁੱਸਾ ਨਾ ਕਰਿਓ, ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਾ। ਇਹ ਪਰਥਰਨਾਥ ਜੋਗੀ ਕਹਿ ਰਿਹਾ, ਕਹੋ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਤਾਰੇ। ਰੋਸ ਨਾ ਕੀਜੇ, ਮੇਰੀ ਗੱਲ ਦਾ ਬੁਰਾ ਨਾ ਮਨਾਇਆ ਜੀ, ਕਿਉਂਕਿ ਅੱਜ ਛੋਟੀ ਜੀ ਗੱਲ ਦਾ ਸੀ ਬੁਰਾ ਮਨਾ। ਕੋਈ ਕਿਸੇ ਨੂੰ ਛੋਟੀ ਜੀ ਗੱਲ ਕਹਿ ਦਿਓ ਤੇ ਉਹ ਕਈ ਸਾਲਾਂ ਦੀ ਤੁਹਾਡੀ ਦੋਸਤੀ ਨੂੰ 1 ਮਿੰਟ 'ਚ ਭੁਲਾ ਕੇ ਪਰਾਂ ਨੂੰ ਤੁਰ ਜਾਂਦਾ। ਇੰਨਾ ਅੱਜ ਕ੍ਰੋਧ ਸਾਡੇ ਉੱਤੇ ਹਾਵੀ ਹੋਇਆ ਫਿਰਦਾ। ਕੱਲ ਹੀ ਕੋਈ ਦੱਸਣ ਦਾ ਵੀ ਉਹਨੇ ਗ੍ਰੰਥੀ ਨੂੰ ਆਖਿਆ, ਪਿੰਡ ਦਾ ਗ੍ਰੰਥੀ ਆ, ਇਹ ਬਾਬਾ ਜੀ ਇਹ ਤੁਸੀਂ ਬੂਆ ਟਾਈਮ ਨਾਲ ਬੰਦ ਕਰਕੇ ਚਲੇ ਜਾਂਦੇ ਹੋ ਤੇ ਕੋਈ ਮੱਥਾ ਟੇਕਣ ਆਉਣਾ ਹੁੰਦਾ ਮੁੜ ਕੇ। ਇੰਨਾ ਹੀ ਕਿਹਾ, ਬਾਬਾ ਜੀ ਥੋੜਾ ਬੂਆ ਟਾਈਮ ਨਾਲ ਬੰਦ ਕਰ ਦਿੰਦੇ ਅੱਜ ਕੱਲ। ਤੇ ਗ੍ਰੰਥੀ ਅੱਗੇ ਪਤਾ ਕੀ ਕਹਿੰਦਾ? ਕਹਿੰਦਾ ਚੁੱਕ ਚਾਬੀ ਆਪੇ ਖੋਲ ਲਾ ਬੂਆ। ਆਹ ਹਾਲਤ ਬਣੀ ਹੋਈ ਸਾਡੀ। ਇਹ ਨਹੀਂ ਕਿਹਾ ਵੀ ਤੂੰ ਟਾਈਮ ਨਾਲ ਆ ਜਾ ਕਰ, ਕੋਈ ਨਹੀਂ ਮੈਂ 10 ਮਿੰਟ ਹੋਰ ਬਹਿ ਜਾ ਕਰੂੰ ਗੁਰਦੁਆਰੇ। ਨਾ, ਇਹ ਬਾਬਾ ਜੀ ਤੁਸੀਂ ਬੂਆ ਟਾਈਮ ਨਾਲ ਬੰਦ ਕਰਨ ਦੇ, ਚੁੱਕ ਆਪਣੇ ਗੁਰਦੁਆਰੇ ਦੀ ਚਾਬੀ। ਚਲੋ, ਵਿਚਾਰ ਸ਼ਕਤੀ ਅੱਜ ਬੰਦੇ ਕੋ ਨਹੀਂ ਰਹੀ। ਸਾਹਿਬ ਕਹਿਣ ਲੱਗੇ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ। ਆਪਾਂ ਇੱਥੋਂ ਤੱਕ ਵਿਆਖਿਆ ਕੀਤੀ ਸੀ। ਅਗਲੀ ਤੁਕ ਸੀ ਜਿਹੜੀ ਕਿ ਆਪ ਨਾਥ। ਮਾਰ ਕਹਿੰਦੇ ਤੁਸੀਂ ਨਾਥ ਬਣ ਕੇ ਬਹਿ ਗਏ ਹੋ। ਨਾਥ ਦਾ ਮਤਲਬ ਹੁੰਦਾ ਮਾਲਕ। ਜਿੱਦਾਂ ਉਹ ਜਗਨਨਾਥਪੁਰੀ ਹੈ,
ਸਾਹਿਬ ਕਹਿਣਗੇ ਆਪ ਨਾਥ, ਕਹਿ ਲੱਗੇ ਤੁਸੀਂ ਨਾਥ ਨਹੀਂ ਜੇ, ਉਹ ਨਾਥ ਵਾ। ਕਹਿਣ ਲੱਗੇ ਉਹ ਨਾਥ ਕਿਵੇਂ ਆ? ਸਾਡੇ ਤੋਂ ਗੋਰਖਨਾਥ ਕੋ ਅਸੀਂ ਮੰਤਰ ਲਿਆ ਹੋਇਆ ਵਾ। ਕਹਿਣ ਲੱਗੀ ਉਹ ਇਸ ਕਰਕੇ ਨਾਥ ਆ ਕਿ ਨਾਥੀ ਸਭ ਜਾਂਕੀ। ਉਹਨੇ 84 ਲੱਖ ਜੂਨ ਸਿਰਜ ਕੇ ਤੇ 84 ਲੱਖ ਜੂਨ ਵਿੱਚ ਨੱਥ ਪਾਈ ਹੋਈ ਆ। ਆਖ ਹਾਂ ਮੱਛੀ ਪਾਣੀ ਤੋਂ ਬਾਹਰ ਆ ਜਾਵੇ, ਪਾਣੀ ਚ ਰਹੂਗੀ, ਉਹ ਨੱਥੀ ਹੋਈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹ। ਸਾਹਿਬ ਕਹਿੰਦੇ ਆਪ ਨਾਥ, ਤੁਸੀਂ ਨਾਥ ਨਹੀਂ ਜੇ, ਉਹ ਤੇ ਨਾਥ ਆਪ ਵਾ। ਉਹ ਨਾਥ ਕਿਵੇਂ ਆ? ਨਾਥੀ ਸਭ ਜਾਂਕੀ, ਜਿਹਨੇ ਸਾਰੀ ਸ੍ਰਿਸ਼ਟੀ ਨੂੰ, ਰੁੱਤਾਂ ਥਿੱਤਾਂ ਵਾਰਾਂ ਪਹਾੜਾਂ ਦਰਿਆਵਾਂ ਸਮੁੰਦਰਾਂ ਸਭ ਨੂੰ ਨੱਥ ਕੇ ਰੱਖਿਆ ਹੋਇਆ। ਤੇ ਰਿੱਧ ਸਿੱਧ ਅਵਰਾ ਸਾਧ। ਤੇ ਜੋਗੀਆਂ ਕੋ ਦੋ ਚੀਜ਼ਾਂ ਹੁੰਦੀਆਂ ਨੇ, ਰਿੱਧ ਤੇ ਸਿੱਧ। ਰਿੱਧੀ ਸਿੱਧੀ ਦਾ ਮਤਲਬ ਹੁੰਦਾ ਹੈ ਕਿ ਕਰਾਮਾਤਾਂ। ਸਾਹਿਬ ਕਹਿਣ ਲੱਗੇ ਜਿਹੜਾ ਤੁਸੀਂ ਰਾਹ ਅਪਣਾਇਆ ਇਹ ਰੱਬ ਦਾ ਰਾਹ ਨਹੀਂ ਹੈ। ਠੀਕ ਆ, ਤੁਸੀਂ ਸਰੋਵਰਾਂ ਨੂੰ ਸੁਕਾ ਦਿੰਦੇ ਹੋ, ਠੀਕ ਹੈ, ਤੁਸੀਂ ਕਿਸੇ ਨੂੰ ਵਾਰਸ ਰਾਹ ਦੇ ਦਿੰਦੇ ਹੋ, ਕਿਸੇ ਨੂੰ ਧੀਆਂ ਪੁੱਤ ਦੇ ਦਿੰਦੇ ਹੋ, ਹਰਿਆਂ ਨੂੰ ਸੁਕਾ ਦਿੰਦੇ ਹੋ ਤੇ ਸੁੱਕਿਆਂ ਨੂੰ ਹਰੇ ਕਰ ਦਿੰਦੇ ਹੋ, ਤੁਹਾਡੇ ਕੋਲ ਕਰਾਮਾਤਾਂ ਹੈ ਨਹੀਂ। ਜਦੋਂ ਜੋਗੀ ਹਾਰ ਗਏ ਨਾ, ਵੱਡਾ ਗੜ੍ਹ ਸੀ ਨਾਨਕ ਮੱਤਾ ਜਿਹਨੂੰ ਕਹਿੰਦੇ, ਉਹਦਾ ਨਾਂ ਸੀ ਗੋਰਖ ਮੱਤਾ। ਇਹ ਬਾਬੇ ਨੇ ਗਿਆਨ ਦੁਆਰਾ ਸਾਰੀ ਲੁਕਾਈ ਨੂੰ ਆਪਣੇ ਚਰਨਾਂ 'ਚ ਝੁਕਾ ਲਿਆ। ਗਿਆਨ ਦਾ ਸਦਕਾ ਸੀ, ਉਹਨਾਂ ਦੀ ਰਹਿਮ ਦਾ ਸਦਕਾ ਸੀ। ਜਦੋਂ ਜੋਗੀ ਹਾਰ ਗਏ ਤੇ ਉਹ ਪਿੱਪਲ ਤੇ ਚੜ ਗਏ, ਕਿਤੇ ਪਿੱਪਲ ਨੂੰ ਡਾ ਕੇ ਤਾਂ ਨੂੰ ਲੈ ਚੱਲੇ। ਇਹਦਾ ਮਤਲਬ ਉਹਨਾਂ ਦੇ ਪੱਲੇ ਕੁਝ ਨਾ ਕੁਝ ਐਸੀ ਜਿਹੜਾ ਪਿੱਪਲ ਤੇ ਚੜ ਗਿਆ ਤੇ ਪਿੱਪਲ ਨੂੰ ਇਸ਼ਾਰਾ ਕਰੇ ਚੱਲ ਉੱਡ। ਉਹਨਾਂ ਵਾਸਤੇ ਰੁੱਖ ਹੀ ਹਵਾਈ ਜਹਾਜ਼ ਸਨ, ਜਿਹੜੇ ਰੁੱਖ ਤੇ ਮਰਜ਼ੀ ਚੜ ਕੇ ਰੁੱਖ ਹੀ ਡਾ ਕੇ ਲੈ ਜਾਂਦੇ ਸੀ। ਤੇ ਰੁੱਖਾਂ ਦੀ ਵੀ ਉਹਨਾਂ ਲੋੜ ਨਹੀਂ ਸੀ, ਆਪਣੇ ਆਪ ਹੀ ਉੱਡ ਜਾਂਦੇ ਸਨ। ਰੁੱਖਾਂ ਤੋਂ ਬਿਨਾਂ ਵੀ ਜਿਹੜੇ ਰੁੱਖ ਨੂੰ ਉਡਾ ਸਕਦੇ ਉਹ ਆਪਣੇ ਆਪ ਹੀ ਉੱਡ ਜਾਂਦੇ, ਕੋਈ ਜਹਾਜ਼ ਦੀ ਲੋੜ ਹੀ ਕੋਈ ਨਹੀਂ। ਸਭ ਤੋਂ ਉੱਚੀਆਂ ਪਹਾੜੀਆਂ ਤੇ ਜੋਗੀ ਜਾ ਕੇ ਉੱਡ ਕੇ ਬਹਿ ਗਏ। ਤੇ ਜਦੋਂ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਉੱਥੇ ਗਏ ਤੇ ਕਹਿਣ ਲੱਗੇ ਬਾਬਾ ਜੀ ਤੁਸੀਂ ਕਿੱਦਾਂ ਆ ਗਏ ਜੀ ਇੱਥੇ? ਸਿੱਧ ਪੁੱਛਣ ਸੁਣ ਬਾਲਿਆ ਕੌਣ ਸਖਤ ਤੋਹੇ ਇੱਥੇ ਲਿਆਏ, ਕਿਹੜੀ ਸ਼ਕਤੀ ਨਾਲ ਤੁਸੀਂ ਪਹਾੜ ਤੇ ਆ ਗਏ ਹੋ? ਸਾਹਿਬ ਕਹਿੰਦੇ ਤੁਸੀਂ ਕਿੱਦਾਂ ਆਏ ਸੀ? ਅਸੀਂ ਜੀ ਉੱਡ ਕੇ ਆ ਗਏ ਹਾਂ। ਤੇ ਕਹਿਣ ਲੱਗੇ ਤੁਸੀਂ ਉੱਡ ਸਕਦੇ ਤੇ ਹੋਰ ਨਹੀਂ ਕੋਈ ਉੱਡ ਸਕਦਾ। ਆਹੋ ਜੇ ਤੁਸੀਂ ਉੱਡ ਕੇ ਆ ਗਏ ਤੇ ਹੋਰ ਕੋਈ ਉੱਡਣ ਦੀ ਪਾਵਰ ਨਹੀਂ ਰੱਖਦਾ। ਕਿ ਸਾਹਿਬ ਕਹਿਣ ਲੱਗੇ ਅਸੀਂ ਉੱਡ ਕੇ ਆ ਗਏ। ਇਹ ਮਰ ਕਹਿੰਦੇ ਰਿੱਧ ਸਿੱਧ ਅਵਰਾ ਸਾਧ, ਇਹਦੇ ਨਾਲ ਪੂਜਾ ਹੁੰਦੀ ਹੈ, ਇਹਦੇ ਨਾਲ ਲੋਕੀ ਮੱਥੇ ਟੇਕਦੇ ਨੇ ਰਿੱਧੀਆਂ ਸਿੱਧੀਆਂ ਨਾਲ। ਇਹ ਫਲਾਣਾ ਬਾਬਾ ਇੱਕ ਵਾਰੀ ਬੈਠਾ, ਉਹਦੇ ਕੋਲ ਕਿਲੋ ਕੁ ਪ੍ਰਸਾਦ ਸੀ ਤੇ ਉਹਨੇ ਕੋਈ 100-200 ਬੰਦੇ ਨੂੰ ਵਰਤਾਤਾ ਤੇ ਪ੍ਰਸ਼ਾਦ ਫੇਰ ਨਹੀਂ ਮੁੱਕਿਆ। ਕੋਈ ਡੱਬੇ 'ਚ ਕਿਲੋ ਕੁ ਪ੍ਰਸਾਦ ਪਾਇਆ ਤੇ ਬਾਬਾ ਅੱਧੇ ਦਿਨ ਤੱਕ ਵਰਤਾਉਂਦਾ ਰਿਹਾ ਸਾਰਿਆਂ ਨੂੰ, ਤੇ ਉਹ ਕਿਲੋ ਦਾ ਕਿਲੋ ਰਹਿ ਗਿਆ, ਮੁੱਕਿਆ ਹੀ ਨਹੀਂ। ਇਹਨੂੰ ਕਹਿੰਦੇ ਨੇ ਰਿੱਧ ਸਿੱਧ। ਛੇਵੇਂ ਪਾਤਸ਼ਾਹ ਨੇ ਕਿਸੇ ਮਾਈ ਨੇ ਆਖਿਆ ਮੇਰਾ ਆਟਾ ਮੁੱਕ ਗਿਆ। ਛੇਵੇਂ ਪਾਤਸ਼ਾਹ ਉਹਨਾਂ ਦੇ ਉੱਥੇ ਬੈਠੇ ਸਨ ਪਿੰਡ ਦੇ ਵਿੱਚ, ਲੰਗਰ ਪਾਣੀ ਉਹਨਾਂ ਦੇ ਕਿਸੇ ਦੇ ਘਰੋਂ ਆਉਂਦਾ ਸੀ। ਉਹ ਸਮਾਂ ਸੀ ਜਦੋਂ ਕਣਕ ਕਿਸੇ ਵਿਰਲੇ ਦੇ ਘਰ ਹੁੰਦੀ ਸੀ। ਕਣਕ ਨੂੰ ਕਣਕ ਨਹੀਂ ਇਸ ਧਰਤੀ ਉੱਤੇ ਕਿਸੇ ਦੀ ਵੀ ਪਹੁੰਚਦੀ। ਇਹ ਤੇ ਹੁਣ ਗਦਾਮਾਂ ਦੇ ਗਦਾਮ ਸਟੋਰ ਭਰੇ ਪਏ ਨੇ।
ਮਾਈ ਕਹਿਣ ਲੱਗੀ ਵੀ ਕਣਕ ਮੁੱਕ ਗਈ, ਆਟਾ ਮੁੱਕ ਗਿਆ। ਛੇਵੇਂ ਪਾਤਸ਼ਾਹ ਨੇ ਕਿਹਾ ਥੋੜ੍ਹੀ ਬਹੁਤੀ ਹੈਗੀ ਆ, ਇਹ ਹੈਗੀ ਆ। ਉਹਨੇ ਹੱਥ 'ਚ ਛੇਵੇਂ ਪਾਤਸ਼ਾਹ ਲੈ ਕੇ ਉਹ ਭੜੋਲੇ 'ਚ ਪਾਤੀ। ਕਹਿਣ ਲੱਗੇ ਇਹਦਾ ਮੂੰਹ ਨਹੀਂ ਖੋਲ੍ਹਣਾ ਤੇ ਜਿੰਨੀ ਥੱਲਿਓਂ ਮਰਜ਼ੀ ਕੱਢੀ ਜਾਓ, ਮੁੱਕਦੀ ਨਹੀਂ ਹੈ। ਉਹ 3-4 ਪੀੜ੍ਹੀਆਂ ਤੱਕ ਉਹ ਭੜੋਲੇ ਦਾ ਮੂੰਹ ਖੋਲ੍ਹਣਾ ਤੇ ਜਿੰਨੀ ਲੋੜ ਕੱਢ ਲੈਣੀ। ਤੇ ਸਾਹਿਬ ਨੇ ਆਖਿਆ ਮੂੰਹ ਨਹੀਂ ਖੋਲ੍ਹਣਾ ਇਹਦਾ। ਉਹ ਤੀਜੀ ਚੌਥੀ ਪੀੜ੍ਹੀ ਵਿੱਚ ਕੋਈ ਨਵੀਂ ਨਹੁੰ ਆਈ ਤੇ ਉਹਨੇ ਆਖਿਆ ਵੀ ਇਹ ਸਫਾਈ ਨਾ ਮੈਂ ਕਰ ਲਾਂ। ਉਹਨੇ ਮੂੰਹ ਖੋਲ੍ਹ ਕੇ ਉਹ ਭੜੋਲਾ ਮੂਧਾ ਮਾਰਤਾ। ਉਹ ਮੂਧਾ ਵੱਜਾ, ਮੁੜ ਕੇ ਦਾਣਾ ਨਹੀਂ ਕੋਈ ਨਿਕਲਿਆ ਉਹਦੇ ਵਿੱਚੋਂ। ਉਹ ਭੜੋਲਾ ਗੁਰਦੁਆਰਾ ਭੜੋਲਾ ਸਾਹਿਬ, ਗੁਰਦੁਆਰਾ ਭੜੋਲਾ ਵੀ ਹੈਗਾ ਜੀ। ਇਹਨੂੰ ਕਹਿੰਦੇ ਰਿੱਧ ਸਿੱਧ। ਸਾਹਿਬ ਕਹਿਣ ਲੱਗੇ ਇਹ ਵੀ ਕੋਈ ਗੱਲਾਂ ਹੈਗੀਆਂ ਪਰ ਇਹ ਰੱਬ ਦਾ ਰਾਹ ਨਹੀਂ ਜੇ। ਰਿੱਧ ਸਿੱਧ ਅਵਰਾ ਸਾਧ, ਇਹਦੇ ਨਾਲ ਤਾਂ ਲੋਕੀ ਪੂਜਾ ਤੁਹਾਡੀ ਕਰਨਗੇ। ਕਿਸੇ ਦੀ ਮੱਝ ਨਹੀਂ ਮਿਲਦੀ, ਤੁਸੀਂ ਫੂਕ ਮਾਰ ਕੇ ਪੇੜਾ ਕਰ ਦਿੰਦੇ ਹੋ। ਇਹ ਹੁਣ ਕਈ ਕਹਿੰਦੇ ਪੇੜਾ ਕਿਉਂ ਕਰਕੇ ਦਿੰਦੇ? ਪੇੜੇ ਚੱਲਦੇ ਰਹੇ ਕਦੇ ਧਰਤੀ ਤੇ, ਹੁਣ ਟੀਕੇ ਚੱਲਦੇ ਆ, ਪਹਿਲੋਂ ਪੇੜੇ ਚੱਲਦੇ ਹੁੰਦੇ ਸੀ। ਕਿਸੇ ਦੀ ਮੱਝ ਬਿਮਾਰ ਹੋ ਜਾਣੀ ਤੇ ਜੋਗੀਆਂ ਕੋ ਜਾਣਾ, ਬਾਬਾ ਜੀ ਪੇੜਾ ਕਰ ਦਿਓ। ਤੇ ਹੁਣ ਮੱਝ ਬਿਮਾਰ ਹੋ ਜੇ ਤੇ ਅਸੀਂ ਜਾਂਦੇ ਹਾਂ ਡਾਕਟਰ ਕੋਲ, ਆਇਓ ਜੀ ਚੈੱਕ ਕਰਿਓ। ਤੇ ਜਦੋਂ ਡਾਕਟਰ ਨਹੀਂ ਉਦੋਂ ਜੋਗੀ ਕੰਮ ਕਰਦੇ ਹੁੰਦੇ ਸੀ ਇਹ। ਤੇ ਸਾਡੇ ਵੇਖੇ ਗੁਰਦੁਆਰਿਆਂ ਦੇ ਗ੍ਰੰਥੀ ਵੀ ਇਹ ਕੰਮ ਕਰਦੇ ਰਹੇ, ਪੇੜਾ ਕਰਕੇ ਦੇ ਦੇਣਾ। ਮੱਝ ਦੁੱਧ ਨਾ ਦਵੇ, ਮੱਝ ਬਿਮਾਰ ਪੈ ਜੇ, ਗੁਰਦੁਆਰਾ ਸਾਹਿਬ ਤੋਂ ਜਲ ਲੈ ਜਾਣਾ, ਜਪਜੀ ਸਾਹਿਬ ਦਾ ਪਾਠ ਕਰਕੇ ਤੇ ਮੱਝ ਉੱਤੇ ਛਿੜਕ ਦੇਣਾ, ਉਹਨੂੰ ਛਕਾ ਦੇਣਾ, ਮੱਝ ਨੇ ਠੀਕ ਹੋ ਜਾਣਾ। ਇਹ ਜਦੋਂ ਦਵਾਈਆਂ ਨਹੀਂ ਸੀ, ਜਦੋਂ ਡਾਕਟਰ ਨਹੀਂ, ਉਦੋਂ ਦੁਨੀਆ ਇਸ ਚੀਜ਼ ਦਾ ਸਹਾਰਾ ਲੈਂਦੀ, ਰੱਬ ਦੇ ਨਾਂ ਦਾ। ਹੁਣ ਰੱਬ ਦੇ ਨਾਮ ਦਾ ਸਹਾਰਾ ਨਹੀਂ ਲੈਂਦੇ। ਹੁਣ ਕਹਿੰਦੇ ਮਾੜੀ ਜਿਹੀ ਗੱਲ ਸੱਦੋ ਡਾਕਟਰ ਨੂੰ। ਸਾਹਿਬ ਕਹਿਣਗੇ ਇਹ ਜਿਹੜੀਆਂ ਤੁਸੀਂ ਲੋਕਾਂ ਦੀਆਂ ਮੱਝਾਂ ਠੀਕ ਕਰ ਦਿੰਦੇ ਹੋ, ਤੇ ਠੀਕ ਨਹੀਂ ਕਰਦੇ, ਮੱਝਾਂ ਦਾ ਦੁੱਧ ਵੀ ਸੁਕਾ ਦਿੰਦੇ ਸੀ। ਜਿਹੜਾ ਕੋਈ ਅੜੀ ਫੜੀ ਕਰੇ ਉਹਨੂੰ ਫੂਕ ਮਾਰ ਦੇਣੀ, ਉਹਦਾ ਦੁੱਧ ਹੀ ਸੁੱਕ ਜਾਣਾ। ਜੇ ਤੇ ਪੂਜਾ ਕਰੋਗੇ ਤੇ ਦੁੱਧ, ਜੇ ਤੇ ਜੋਗੀਆਂ ਦੀ ਪੂਜਾ ਕਰੋਗੇ ਤੇ ਤੁਹਾਨੂੰ ਦੁੱਧ ਪੀਣ ਨੂੰ ਮਿਲੇਗਾ। ਜੇ ਤੁਹਾਨੂੰ ਜੋਗੀਆਂ ਨੂੰ ਦੁੱਧ ਨਾ ਦਿੱਤਾ ਤੇ ਦੁੱਧ ਤੁਹਾਨੂੰ ਵੀ ਨਹੀਂ ਮਿਲਣਾ, ਸਰਾਪ ਦੇ ਦਿੰਦੇ ਸੀ। ਗੁਰੂ ਤੇਗ ਬਹਾਦਰ ਕਹਿਣ ਲੱਗੇ ਇੱਕ ਦਿਨ, ਜਦੋਂ ਮਹਾਰਾਜ ਪ੍ਰਚਾਰ ਤੇ ਗਏ, ਮਾਲਵੇ 'ਚ ਬੈਠੇ ਹਰਿਆਣੇ 'ਚ, ਕਹਿਣ ਲੱਗੇ ਲਿਆਓ ਭਾਈ ਦਹੀਂ ਲੈ ਕੇ ਆਓ, ਸਿਰ ਨਹਾਉਣਾ ਅੱਜ, ਕੇਸ਼ੀ ਇਸ਼ਨਾਨ ਕਰੀਏ। ਪਿੰਡੋਂ ਬਾਰ-ਬਾਰ ਬੈਠੇ ਨੇ ਤੇ ਸਿੱਖ ਪਿੰਡ 'ਚ ਗਿਆ ਦਹੀਂ ਲੈਣ ਵਾਸਤੇ। ਤੇ ਹੁਣ 10-10 ਮੱਝਾਂ ਲੋਕਾਂ ਨੇ ਬੱਧੀਆਂ। ਹੁਣ ਤੇ ਚਲੋ ਮੱਝਾਂ ਥੋੜ੍ਹੀਆਂ, ਉਦੋਂ ਮੱਝਾਂ 10 ਮੱਝਾਂ ਤੇ ਆਮ ਘਰ ਵਿੱਚ ਹੁੰਦੀਆਂ ਸੀ। ਤੇ ਸਿੱਖ ਖਾਲੀ ਭਾਂਡਾ ਲੈ ਕੇ ਆ ਗਿਆ। ਤੇ ਗੁਰੂ ਤੇਗ ਬਹਾਦਰ ਜੀ ਖੂਹ ਦੇ ਬੈਠੇ ਵਿੱਚ ਇਸ਼ਨਾਨ ਕਰੀਏ, ਦਹੀਂ ਆਉਂਦੇ ਆ, ਤੇ ਦਹੀਂ ਆਇਆ ਕੋਈ ਨਾ ਉੱਥੇ। ਉਹ ਸਾਹਿਬ ਕਹਿਣ ਲੱਗੇ ਭਾਈ ਦਹੀਂ ਨਹੀਂ ਲੈ ਕੇ ਆਇਆ। ਕਹਿਣ ਲੱਗੇ ਮਹਾਰਾਜ ਦਹੀਂ ਮਿਲਿਆ ਹੀ ਨਹੀਂ ਕਿਤੇ। ਇਹ ਪਿੰਡ 'ਚ ਕੋਈ ਮੱਝ ਨਹੀਂ ਹੈਗੀ? ਮਹਾਰਾਜ ਮੱਝਾਂ ਤੇ ਲੋਕਾਂ ਨੇ 10-10 12-12 ਬੱਧੀਆਂ ਹੋਈਆਂ ਨੇ, ਕਿਸੇ ਨੇ 5 ਬੱਧੀਆਂ ਹੋਈਆਂ ਨੇ। ਤੇ ਫਿਰ ਦਹੀਂ, ਇਹ ਦਹੀਂ ਮਹਾਰਾਜ ਕਿਸੇ ਨੇ ਦਿੱਤਾ ਨਹੀਂ, ਦਹੀਂ ਸਾਰਿਆਂ ਘਰ ਹੈਗਾ ਸੀ। ਸਾਹਿਬ ਕਹਿਣ ਲੱਗੇ ਅੱਜ ਤੋਂ 12 ਫਿਰ ਇਹਨਾਂ ਨੂੰ ਹੁਣ ਦਹੀਂ ਨਹੀਂ ਮਿਲੂਗਾ। ਉਹ 400 ਸਾਲ ਹੋ ਗਿਆ, ਹੁਣ ਉਸ ਪਿੰਡ 'ਚ ਦਹੀਂ ਨਹੀਂ ਮੁੜ ਕੇ ਜੰਮਿਆ। ਹੁਣ ਉੱਥੇ ਗੁਰਦੁਆਰੇ ਲੈ ਕੇ ਆਉਂਦੇ ਆ ਦੁੱਧ, ਤੇ ਉੱਥੇ ਹੀ ਜਮਾਉਂਦੇ ਤੇ ਉੱਥੇ ਹੀ ਖਾਂਦੇ, ਘਰ 'ਚ ਨਹੀਂ ਜੰਮਦਾ। ਕੱਲੇ ਜੋਗੀ ਦੁੱਧ ਨਹੀਂ ਦਿੰਦੇ ਹੁੰਦੇ, ਜੋਗੀ ਦੁੱਧ ਮੁਕਾ ਵੀ ਦਿੰਦੇ ਹੁੰਦੇ ਆ। ਇਹ ਹੁਣ ਜੋਗੀ ਨਹੀਂ ਨਾ ਰਹੇ ਤਾਂ ਹੀ ਤੇ ਕਹਾਣੀ ਮੁੱਕ ਗਈ, ਦੂਜੇ ਪਾਸੇ ਤੁਰੀ ਹੋਈ ਹੈ। ਸਾਹਿਬ ਕਹਿਣ ਲੱਗੇ ਠੀਕ ਵਾ, ਦੁੱਧ ਕਿਸੇ ਨੂੰ ਦੇ ਦੇਣਾ, ਪੁੱਤ ਦੇ ਦੇਣਾ, ਵਰ ਦੇ ਦੇਣਾ, ਸਰਾਫ ਦੇ ਦੇਣਾ, ਰਾਜ ਦੇ ਦੇਣਾ, ਭਾਗ ਦੇ ਦੇਣਾ, ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾ ਦੇਣਾ, ਇਹ ਰਿੱਧੀਆਂ ਸਿੱਧੀਆਂ ਨੇ। ਪਰ ਇਹ ਰਾਹ ਰੱਬ ਨੂੰ ਨਹੀਂ ਜਾਂਦਾ। ਇੱਦਾਂ ਦੇ ਕੰਮ ਕਰਨ ਵਾਲਾ ਬੰਦਾ ਰੱਬ ਤੱਕ ਨਹੀਂ ਜਾ ਸਕਦਾ। ਕਿਉਂ? ਉਹ ਲੋਕਾਂ ਕੋ ਵਾਹ ਖੱਟਣ ਦਿਆ। ਸਭ ਕਹਿੰਦੇ ਰਿੱਧ ਸਿੱਧ ਅਵਰਾ ਸਾਧ।
ਸੰਜੋਗ, ਸੰਜੋਗ ਮਾने ਮਿਲਣਾ, ਵਿਜੋਗ ਵਿਛੜ ਜਾਣਾ। ਸੰਜੋਗ ਵਿਜੋਗ ਦੋਏ ਕਾਰ ਚਲਾਏ। ਕਾਰ ਮਾने ਕੰਮ ਧੰਦਾ। ਕਹਿਣਗੇ ਰੱਬ ਨੇ ਦੋ ਕਰਿੰਦੇ ਰੱਖੇ ਹੋਏ ਨੇ, ਆਪ ਨਹੀਂ ਉਹ ਕਰਦਾ ਕੁਛ ਵੀ। ਹੁਣ ਮੁੱਖ ਮੰਤਰੀ ਪ੍ਰਧਾਨ ਮੰਤਰੀ ਆਪ ਥੋੜਾ ਕੰਮ ਕਰਦਾ। ਉਹ ਆਰਡਰ ਦੇ ਦਿੰਦਾ ਪਿਆ ਹਾਈਵੇ ਬਣਾ ਦਿਓ, ਜਾਂ ਅਸੀਂ ਹਾਈਵੇ ਬਣਾ ਦਿਆਂਗੇ। ਉਹ ਤੂੰ ਟੋਕਰੀ ਚੁੱਕਣੀ ਆ, ਤੂੰ ਕਈ ਫੜਨੀ, ਹਾਈਵੇ ਬਣਾਇਆ। ਬਣਾਉਣਾ ਹੋਰ ਕਿਸੇ ਨੇ ਹੁੰਦਾ, ਸਿਰਫ ਉਹਨਾਂ ਕਹਿਣਾ ਹਾਈਵੇ ਹੀ ਬਣਾਉਣ ਲੱਗੇ ਆ। ਇੰਨੀ ਕਹਿ ਕੇ ਅੰਮ੍ਰਿਤਸਰ ਦਿੱਲੀ ਜਾ ਵੜਨਾ, ਮੁੜ ਕੇ ਆਪੇ ਬਣ ਜਾਣੀ ਹਾਈਵੇ। ਉਹ ਕਹਿ ਗਿਆ। ਰੱਬ ਕੁਛ ਨਹੀਂ ਕਰਦਾ, ਰੱਬ ਦੇ ਕਰਿੰਦੇ ਗਾਂ ਬੜਾ ਕੁਛ ਕਰਨ ਦਾ ਹੈ। ਉਹਨੇ ਆਰਡਰ ਲਾਇਆ ਕਰੋ ਤੁਸੀਂ। ਸਾਹਿਬ ਕਹਿੰਦੇ ਦੋ ਕਰਿੰਦੇ ਆ, ਸੰਜੋਗ ਤੇ ਵਿਜੋਗ। ਇਹ ਦੋਏ, ਇਹ ਦੋ ਵਾ ਚੀਜ਼ਾਂ। ਕਾਰ ਚਲਾਵੇ, ਇਸ ਦੇ ਨਾਲ ਹੀ ਧਰਤੀ ਦਾ ਕੰਮ ਧੰਦਾ ਚੱਲਣ ਦਿਆ। ਸੰਜੋਗ ਹੋਣ ਦੇ ਨੇ, ਧੀਆਂ ਪੁੱਤਰ ਜੰਮਣ ਦੇ ਨੇ, ਵਿਆਹ ਸ਼ਾਦੀਆਂ ਹੁੰਦੀਆਂ, ਸੰਜੋਗ ਹੋਣ ਦੇ ਨੇ। ਸੰਜੋਗ ਵਿਜੋਗ ਤੁਰੋਂ ਹੀ ਹੋਊਗਾ। ਤੇ ਜਿੱਥੇ ਸੰਜੋਗ ਹੋਣ ਦੇ ਆ, ਉੱਥੇ ਲੋਕੀ ਮੁਰਦਿਆਂ ਨੂੰ ਬੜੀਆਂ ਨੂੰ ਲੈ ਕੇ ਤੁਰੇ ਜਾਣ ਦੇ ਨੇ। ਘਰ ਦੇ ਵਿੱਚ ਪੋਤਰਾ ਜੰਮਣ ਦਿਆ, ਦਾਦਾ ਬੜੀਆਂ ਨੂੰ ਜਾਣਦੇ ਆ। ਇਸ ਤਰ੍ਹਾਂ ਹੀ ਚੱਲਣਾ ਵਾ। ਜੇ ਪੋਤਰੇ ਨੇ ਆਉਣਾ ਤੇ ਦਾਦੇ ਨੂੰ ਬੜੀਆਂ 'ਚ ਹੀ ਜਾਣਾ ਪੈਣਾ ਵਾ। ਇਹ ਬਰਾਬਰ ਹੀ ਚੱਲਣਾ ਗਾ। ਸਾਹਿਬ ਕਹਿੰਦੇ ਸੰਜੋਗ ਤੇ ਵਿਜੋਗ ਦੋਏ ਕਾਰ ਚਲਾਵੇ। ਰੱਬ ਦੇ ਦੋ ਕਰਿੰਦੇ ਨੇ, ਇੱਕ ਸੰਜੋਗ ਕਰ ਰਿਹਾ ਵਾ, ਦੂਸਰਾ ਵਿਜੋਗ ਕਰ ਰਿਹਾ ਵਾ। ਜਿੱਦਾਂ ਨਹੀਂ ਜਪਜੀ ਸਾਹਿਬ ਦੀ ਦੂਜੀ ਪੌੜੀ 'ਚ ਆਉਂਦਾ ਕਿ ਗਾਵੇ ਕੋ ਸਾਜ ਕਰੇ ਤਨ ਖੇ। ਦੋ ਕੰਮ ਹੋ ਰਹੇ ਨੇ। ਗਾਵੇ ਕੋ ਸਾਜ, ਪੈਦਾਇਸ਼ ਹੋ ਰਹੀ ਹੈ। ਰੁੱਖ ਬੂਟੇ ਫਲ ਫੁੱਲ ਉਗ ਰਹੇ ਨੇ, ਪੱਤੇ ਫੇਰ ਝੜ ਰਹੇ ਨੇ, ਬੱਚੇ ਜੰਮ ਰਹੇ ਨੇ, ਬੁੱਢੇ ਮਰ ਰਹੇ ਨੇ। ਇਹ ਤਾਂ ਇਸ ਤਰ੍ਹਾਂ ਹੀ ਚੱਲਣਾ ਹੈ। ਗਾਵੇ ਕੋ ਸਾਜ ਕਰੇ ਤਨ ਖੇ। ਉਹ ਖੇ ਵੀ ਕਰ ਰਿਹਾ, ਤਨ ਦੇ ਵੀ ਰਿਹਾ ਤੇ ਤਨ ਨੂੰ ਖੇ ਵੀ ਕਰ ਰਿਹਾ। ਗਾਵੇ ਕੋ ਜੀ ਲੈ ਫਿਰ ਦੇ। ਉਹ ਜਿੰਦ ਦੇ ਵੀ ਰਿਹਾ ਵਾ ਤੇ ਜਿੰਦ ਨੂੰ ਲੈ ਵੀ ਰਿਹਾ ਵਾ। ਗਾਵੇ ਕੋ ਜੀ ਲੈ ਫਿਰ ਦੇ। ਵੇਖੋ ਆੜੂ, ਅੰਬ, ਨਾਰੀਅਲ, ਇਹ ਕਿੰਨੇ ਸਖਤ ਨੇ, ਪਰ ਇਹਨਾਂ ਵਿੱਚੋਂ ਵੀ ਕੋਮਲ ਕਰੂੰਬਲੀਆਂ ਨਿਕਲ ਆਉਂਦੀਆਂ ਨੇ। ਕੌਣ ਕਰ ਰਿਹਾ ਹੈ? ਸੰਜੋਗ ਕਰ ਰਿਹਾ। ਮਰਗ ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਲੇਖੇ ਆਵੇ ਭਾਗ। ਹਰ ਬੰਦੇ ਦੇ ਨਾਲ ਭਾਗ ਲਿਖੇ ਆਉਂਦੇ ਨੇ। ਨਾਨਕ ਲਿਖਿਆ ਨਾਲ। ਸਾਹਿਬ ਕਹਿੰਦੇ ਜਿੱਥੇ ਸੰਜੋਗ ਤੇ ਵਿਜੋਗ ਹੋ ਰਿਹਾ, ਉੱਥੇ ਤੀਸਰਾ ਕੰਮ ਹੋ ਰਿਹਾ, ਲੇਖੇ ਆਵੇ ਭਾਗ। ਜੋ ਕੁਛ ਮਿਲਣਾ ਹੈ ਸਾਹਿਬ ਕਹਿੰਦੇ ਉਹ ਭਾਗਾਂ 'ਚ ਲਿਖਿਆ ਜਾਂਦਾ ਹੈ। ਲੇਖੇ ਆਵੇ ਭਾਗ। ਹਰ ਬੰਦੇ ਦੇ ਭਾਗ ਲਿਖੇ ਜਾਂਦੇ ਨੇ। ਜਿੱਦਾਂ ਸਭਨਾ ਲਿਖਿਆ ਬੁੜੀ ਕਲਾਮ। ਬੁੜੀ ਜਪਜੀ ਸਾਹਿਬ ਦਾ ਹੀ ਤੁਕ ਆ ਕਿ ਸਭਨਾ ਲਿਖਿਆ ਬੁੜੀ ਕਲਾਮ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਹਰ ਬੰਦੇ ਦਾ ਸੁਭਾਅ ਆਪਣਾ ਹੈ। ਕਿਉਂ? ਉਹ ਲਿਖਿਆ ਗਿਆ ਵਾ। ਹਰ ਬੰਦੇ ਦਾ ਰੂਪ ਰੰਗ ਆਪਣਾ, ਉਹਦੇ ਮੁਤਾਬਕ ਹੀ ਹੋਣਾ ਹੈ। ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼। ਇਹ ਲਿਖਿਆ ਹੈ। ਸਭਨਾ ਸਿਰ ਲੇਖ ਧਰਾਉ, ਬਿਨ ਲੇਖੇ ਨਾਹੀ ਕੋਈ ਜਿਉ। ਆਪ ਲੈ ਕੁਦਰਤ ਕਰ ਦੇਖੇ, ਹੁਕਮ ਚਲਾਏ ਸੋਈ ਜਿਉ। ਕੋਈ ਨਹੀਂ ਲੇਖੇ ਤੋਂ ਬਾਹਰ। ਸਭਨਾ ਸਿਰ ਲੇਖ ਧਰਾਉ।
ਸਭਨਾ ਸਿਰ ਲਿਖਦਾ ਲੇਖ ਬਿਨ ਕਲਮ ਮਸਮਾਣੀਏ। ਕੋਈ ਉਹਨੇ ਕਲਮ ਨਹੀਂ ਰੱਖੀ, ਕੋਈ ਸ਼ਾਹੀ ਨਹੀਂ, ਕੋਈ ਦਵੈਤ ਨਹੀਂ, ਕੋਈ ਕਾਗਜ਼ ਨਹੀਂ, ਪਰ ਲਿਖੀ ਜਾ ਰਿਹਾ। ਤੇ ਲਿਖਦਾ ਮੱਥੇ ਤੇ ਆ। ਤੇ ਜੋਤਸ਼ੀ ਤੇ ਸਾਡੇ ਵਰਗੇ ਸਿਆਣੇ ਕਹਿੰਦੇ ਸਾਡਾ ਹੱਥ ਪੜ੍ਹ ਲਓ। ਰੱਬ ਨੇ ਮੱਥੇ ਤੇ ਲਿਖਿਆ ਵਾ, ਤੇ ਜੋਤਸ਼ੀ ਸਾਡੇ ਹੱਥ ਵੇਖ ਕੇ ਪੜ੍ਹ ਕੇ ਦੱਸਦੇ ਨੇ। ਜਿੱਥੇ ਲਿਖਿਆ ਕੱਖ ਨਹੀਂ ਉੱਥੋਂ ਪੜ੍ਹੀ ਜਾਂਦੇ ਨੇ। ਜਿੱਥੇ ਲਿਖਿਆ ਵਾ ਉੱਥੋਂ ਪੜ੍ਹਨਾ ਨਹੀਂ ਆਉਂਦਾ, ਤੇ ਜਿੱਥੇ ਨਹੀਂ ਲਿਖਿਆ ਉੱਥੋਂ ਲੋਕੀ ਪੜ੍ਹੀ ਜਾਂਦੇ ਨੇ। ਕੋਈ ਬੰਦੇ ਦੇ ਹਾਵ ਭਾਵ ਨੂੰ ਵੇਖ ਕੇ ਫਿਰ ਬੋਲੀ ਜਾਂਦੇ ਨੇ, ਪੜ੍ਹੀ ਜਾਂਦੇ ਨੇ। ਹੁਣ ਲਿਖਿਆ ਤਾਂ ਕੁਛ ਹੁੰਦਾ ਨਹੀਂ ਹੱਥਾਂ ਤੇ। ਸਭ ਕਹਿੰਦੇ ਸਭਨਾ ਸਿਰ ਲੇਖ ਤਰਾਹੂ ਬਿਨ ਲੇਖੇ ਨਾਹੀ ਕੋਈ ਜੀਓ। ਨਾਨਕ ਲਿਖਿਆ ਨਾਲ, ਲਿਖਿਆ ਬਿਨਾਂ ਕਲਮ ਤੋਂ ਲਿਖਿਆ, ਬਿਨਾਂ ਦਵੈਤ ਸ਼ਾਹੀ ਤੋਂ, ਬਿਨਾਂ ਕਾਗਜ਼ ਤੋਂ ਲਿਖਿਆ। ਕਾਗਜ਼ ਵੀ ਗਲ ਜੂਗਾ, ਕਾਗਜ਼ ਸੜ ਸਕਦਾ, ਤੇ ਜੇ ਕਾਗਜ਼ ਸੜ ਜੇ ਤੇ ਫਿਰ ਰਿਕਾਰਡ ਵੀ ਮੁੱਕ ਜਾਂਦਾ ਹੈ। ਪੁਰਾਣੇ ਸਮੇਂ 'ਚ ਇੱਕ, ਅੱਜ ਕੱਲ੍ਹ ਹੁਣ ਤੇ ਕੰਪਿਊਟਰ ਯੁੱਗ ਵਾ, ਜਦੋਂ ਹਿਸਾਬ ਕਿਤਾਬ ਕਾਗਜ਼ਾਂ 'ਤੇ ਰੱਖਿਆ ਜਾਂਦਾ ਹੈ। ਜੇ ਕਾਗਜ਼ ਸੜ ਜਾਂਦੇ ਸੀ ਤੇ ਉਹ ਹਿਸਾਬ ਕਿਤਾਬ ਵੀ ਮੁੱਕ ਜਾਂਦਾ ਸੀ। ਤੇ ਧਰਮਰਾਜ ਤੇ ਰੱਬ ਨੇ ਕੋਈ ਕਾਗਜ਼ ਨਹੀਂ ਰੱਖਿਆ। ਇਹ ਨਾ ਵੀ ਕੱਲ ਨੂੰ ਕੋਈ ਧੜਾ ਉੱਠ ਕੇ ਤੇ ਆਖੇ ਅਸੀਂ ਇਹ ਧਰਮਰਾਜ ਦੇ ਕਾਗਜ਼ ਹੀ ਸਾੜ ਦਿਆਂਗੇ, ਸਾਡਾ ਲੇਖਾ ਕਿੱਥੋਂ ਪੜ੍ਹ ਲੂ। ਧਰਮਰਾਜ ਤਾਂ ਹੀ ਪੜ੍ਹੂ ਜੇ ਕਾਗਜ਼ ਤੇ ਲਿਖਿਆ ਹੋਊ। ਤੇ ਜੇ ਅਸੀਂ ਜਾ ਕੇ ਦਫ਼ਤਰ ਧਰਮਰਾਜ ਦੇ ਕਾਗਜ਼ ਹੀ ਸਾੜ ਦਿਆਂਗੇ, ਜੇ ਕੋਈ ਚੂਹਾ ਹੀ ਧਰਮਰਾਜ ਦੇ ਕਾਗਜ਼ ਕੱਟ ਜੂ ਤੇ ਫਿਰ ਤੇ ਧਰਮਰਾਜ ਨੂੰ ਸਿਆਪਾ ਪੈ ਜੂ ਵੀ ਲੇਖਾ ਨਹੀਂ ਲੱਭਣ ਦਿਆ। ਉਹਨੇ ਕਾਗਜ਼ ਤੋਂ ਬਿਨਾਂ ਹਿਸਾਬ ਰੱਖਿਆ ਵਾ। ਸਭਨਾ ਸਿਰ ਲਿਖਦਾ ਲੇਖ ਬਿਨ ਕਲਮ ਮਸਮਾਣੀਏ। ਦਹਿ ਸਵਾ ਸ਼ਾਹੀ ਤੋਂ ਬਿਨਾਂ, ਕਲਮ ਤੋਂ ਬਿਨਾਂ, ਕਾਗਜ਼ ਤੋਂ ਬਿਨਾਂ ਉਹ ਸਾਰਿਆਂ ਦਾ ਲੇਖਾ ਜੋਖਾ ਕਰਦਾ ਹੈ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ। ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਤੰਦੇ ਲਾਇਂਦਾ। ਨਦਰੋ ਪੱਠੀ ਜੇ ਕਰੇ ਸਲਤਾਨਾ ਕਾਉ ਕਰਾਇਂਦਾ। ਸਾਹਿਬ ਕਹਿੰਦੇ ਨੇ ਕਿ ਸੰਜੋਗ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼। ਤੁਸੀਂ ਮੱਥਾ ਕਿਹਨੂੰ ਟੇਕਦੇ ਹੋ? ਸਾਹਿਬ ਕਹਿੰਦੇ ਆਦਿ ਕੋ ਆਦੇਸ਼ ਹੈ, ਜਿਸ ਦਾ ਜੁਗ ਜੁਗ ਇੱਕੋ ਵੇਸ ਹੈ। ਆਦੇਸ਼ ਤਿਸੇ ਆਦੇਸ਼। ਕਿਹੜਾ? ਆਦ ਅਨੀਲ। ਜਿਹੜਾ ਆਦ ਵਾ, ਜਿਹੜਾ ਅਨੀਲ ਵਾ। ਨੀਲ ਮੈਂ ਕੱਲ ਵੀ ਅਰਥ ਕੀਤੇ ਕਾਲਖ, ਦੱਬੇ, ਦਾਗ, ਜਿਹਨੂੰ ਕੋਈ ਦਾਗ ਨਹੀਂ ਹੈ। ਆਦੇਸ਼ ਤਿਸੇ ਆਦੇਸ਼, ਉਸ ਨੂੰ ਅਸੀਂ ਨਮਸਕਾਰ ਕਰਦੇ ਹਾਂ। ਆਦ ਅਨੀਲ, ਅਨਾਦ, ਅਨਾਹਤ, ਜੁਗ ਜੁਗ ਇੱਕੋ ਵੇਸ। ਜਿਹੜਾ ਬਦਲਿਆ ਨਹੀਂਗਾ ਤੇ ਨਾ ਬਦਲਿਆ ਜਾ ਸਕਦਾ ਹੈ। ਜੁਗ ਜੁਗ ਸਦਾ ਇੱਕੋ ਵੇਸ, ਇੱਕੋ ਵੇਸ। ਇਹ ਜਦੋਂ ਅਸੀਂ ਬਾਣੀ ਪੜ੍ਹਦੇ ਆ ਨਾ ਭਾਈ, ਤੇ ਬਹੁਤ ਹਿੱਸਾ ਸਾਨੂੰ ਇਸ ਚੀਜ਼ ਦਾ ਮਿਲਦਾ ਹੈ ਕਿ ਬਾਣੀ ਵਿੱਚ ਸਿੱਧਾਂ ਦੇ ਨਾਲ ਬਹੁਤ ਲੰਮੀ ਚੌੜੀ ਗੋਸ਼ਟ ਹੋਈ ਹੈ। ਗੁਰੂ ਨਾਨਕ ਸਾਹਿਬ ਦੀ ਹੋਈ ਗੋਸ਼ਟ ਬਹੁਤ ਵੱਡੀ, ਸਭ ਤੋਂ ਵੱਡੀ ਗੋਸ਼ਟ ਜਿਹੜੀ ਹੈ ਜੋਗੀਆਂ ਦੀ, ਸਿੱਧਾਂ ਗੁਰੂ ਨਾਨਕ ਸਾਹਿਬ ਨਾਲ ਹੋਈ। ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਬਹਿ ਗਏ ਤੇ ਜੋਗੀ ਉੱਥੇ ਇਕੱਠੇ ਹੋ ਕੇ ਆ ਗਏ। ਗੁਰੂ ਅਮਰਦਾਸ ਦੇ ਨਾਲ ਜੋਗੀਆਂ ਨੇ ਈਰਖਾ ਕੀਤੀ। ਗੁਰੂ ਰਾਮਦਾਸ ਦੀ ਸ਼ਰਨ ਜੋਗੀ ਇਕੱਠੇ ਹੋ ਕੇ ਆ ਗਏ ਤੇ ਈਰਖਾ ਕਰਨ ਆਏ, ਸ਼ਰਨ ਚ ਪੈਣ ਨਹੀਂ ਆਏ। ਗੁਰੂ ਰਾਮਦਾਸ ਕਹਿਣ ਲੱਗੇ, ਉਹ ਭਾਈ ਏਦਾਂ ਨਹੀਂ ਆਈਦਾ ਗੁਰੂ ਦੀ ਸ਼ਰਨ ਵਿੱਚ। ਗੁਰੂ ਦੀ ਸ਼ਰਨ ਵਿੱਚ ਝਗੜੇ ਕਰ ਨਹੀਂ ਆਈਦਾ। ਗੁਰੂ ਰਾਮਦਾਸ ਕਹਿਣ ਲੱਗੇ, ਜੇ ਕੋ ਭਲਾ ਲੋੜੇ ਭਲ ਆਪਣਾ। ਜਿਹੜਾ ਬੰਦਾ ਆਪਣਾ ਭਲਾ ਚਾਹੁੰਦਾ ਹੈ ਉਹ ਗੁਰੂ ਦਰ ਲੜਨ ਨਾ ਆਵੇ, ਉਹ ਗੁਰੂ ਦੀ ਸ਼ਰਨ ਪੈਣ ਆਵੇ। ਜੇ ਕੋ ਭਲਾ ਲੋੜੇ ਭਲ ਆਪਣਾ, ਗੁਰ ਆਗੇ ਟਹਿ ਟਹਿ ਪਾਵੋ ਗੋ। ਟੱਠ ਜੋ ਗੁਰੂ ਨਾਲ ਗਿਆਨ ਗੋਸ਼ਟ ਨਾ ਕਰੋ, ਗੁਰੂ ਦੇ ਅੱਗੇ ਢਹਿ ਪਾਵੋ। ਜਦੋਂ ਜੋਗੀਆਂ ਨੇ ਆਖਿਆ, ਬਾਬਾ ਜੀ ਇਹ ਤੁਸੀਂ ਬਾਰ-ਬਾਰ ਕਹੀ ਜਾਂਦੇ ਹੋ ਗੁਰਾਂ ਇੱਕ ਦੇ ਬੁਝਾਈ, ਗੁਰੂ ਅੱਗੇ ਢਹਿ ਪਾਓ,
ਤੇ ਗੁਰੂ ਕੀ ਦਿੰਦਾ ਹੈ? ਸਾਹਿਬ ਕਹਿੰਦੇ ਗੁਰੂ ਦੇ ਕੋਲ ਸਭ ਕੁਝ ਹੁੰਦਾ ਹੈ। ਤੁਹਾਡੀਆਂ ਜਿਹੜੀਆਂ ਆਪਣੀਆਂ ਤਪੱਸਿਆਵਾਂ ਨੇ, ਇਹਦੇ ਨਾਲ ਰਿੱਧੀਆਂ ਸਿੱਧੀਆਂ ਕਰਾਮਾਤਾਂ ਮਿਲ ਸਕਦੀਆਂ ਹੈ। ਤੇ ਜਿਹੜਾ ਗੁਰੂ ਤੇ ਗੁਰੂ ਦੀ ਸਰਨ ਨੂੰ ਤੇ ਗੁਰੂ ਦੀ ਸੇਵਾ ਨੂੰ ਸਮਰਪਿਤ ਹੋ ਜਾਂਦਾ, ਉਹ ਸਭ ਕੁਝ ਲੈ ਜਾਂਦਾ। ਰਿੱਧੀਆਂ ਸਿੱਧੀਆਂ ਕੱਖ ਵੀ ਨਹੀਂ ਆ। ਕਹਿਣ ਲੱਗੇ ਦੱਸੋ ਗੁਰੂ ਕੋ ਕੀ ਮਿਲਦਾ ਹੈ? ਰੋਸ ਨਾ ਕੀਜੇ। ਅਸੀਂ ਤੁਹਾਨੂੰ ਪੁੱਛਣ ਲੱਗੇ, ਤੁਸੀਂ ਗੁਰੂ ਦੀ ਵੱਡੀ ਵਡਿਆਈ ਕਰਦੇ ਹੋ ਤੇ ਗੁਰੂ ਕੋ ਮਿਲਦਾ ਕੀ ਆ? ਗੁਰੂ ਨਾਨਕ ਸਾਹਿਬ ਦਾ ਗੁਰੂ ਅਕਾਲ ਪੁਰਖ ਵਾ। ਅੱਜ ਵੀ ਸਾਡਾ ਗੁਰੂ ਅਕਾਲ ਪੁਰਖ ਹੀ ਆ। ਇਹ ਦੇਹਧਾਰੀ ਗੁਰੂ ਨਹੀਂ ਗੁਰੂ ਹੁੰਦੇ। ਰੋਸ ਨਾ ਕੀਜੇ ਉੱਤਰ ਦੀਜੇ। ਮੈਂ ਗੱਲ ਕਹਿਣ ਲੱਗਾ, ਭੰਗਰਨਾਥ ਕਹਿੰਦਾ, ਤੇ ਗੁੱਸਾ ਨਾ ਮਨਾਇਓ ਜੀ। ਕਹਿ ਲਗੇ ਦੱਸੋ ਕੀ ਗੱਲ ਆ? ਕਿਉਂ ਪਾਈਏ ਗੁਰਦੁਆਰੇ? ਤੁਸੀਂ ਬਾਰ-ਬਾਰ ਗੁਰੂ ਦੀ ਗੱਲ ਕਰੀ ਜਾਂਦੇ ਹੋ। ਗੁਰੂ 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 ਕਰ ਮਨ ਮੋਰ। ਗੁਰੂ ਕੋ ਕੀ ਮਿਲਦਾ ਹੈ? ਰੋਸ ਨਾ ਕੀਜੇ ਉੱਤਰ ਦੀਜੇ। ਕਿਉਂ ਪਾਈਏ ਗੁਰਦੁਆਰੇ? ਕਹਿਣ ਲੱਗੇ ਏ ਮਨ ਚਲ ਤੋ ਸੱਚ ਕਰ ਬੈਸੇ। ਗੁਰੂ ਪਤਾ ਕੀ ਕਰਦਾ ਜੇ? ਗੁਰੂ ਇਹ ਨਹੀਂ ਕਹਿੰਦਾ ਕਿਤਾਬਾਂ ਪੜ੍ਹ ਲਾ ਤੈਨੂੰ ਗਿਆਨ ਹੋ ਜਾਊਗਾ। ਗੁਰੂ ਇਹ ਨਹੀਂ ਕਹੂਗਾ ਤੂੰ ਸਿਮਰਨ ਕਰ ਲਾ ਤੈਨੂੰ ਗਿਆਨ ਹੋ ਜਾਊਗਾ। ਗੁਰੂ ਕੁਝ ਹੋਰ ਕਰ ਦਿੰਦਾ ਹੈ। ਗੁਰੂ ਇਸ ਤੋਂ ਇਲਾਵਾ ਵੀ ਕੁਝ ਕਰ ਦਿੰਦਾ ਹੈ। ਕਹਿਣ ਲੱਗੇ ਉਹ ਕੀ ਕਰਦਾ ਹੈ? ਗੁਰੂ ਕੀ ਕਰਦਾ ਹੈ? ਸਾਹਿਬ ਕਹਿਣ ਲੱਗੇ ਏ ਮਨ ਚਲ ਤੋ ਸੱਚ ਕਰ ਬੈਸੇ, ਨਾਨਕ ਨਾਮ ਆਧਾਰੋ। ਜਿਹੜਾ ਨਾਨਕ ਦੂਜੀ ਕਾਰ ਨਾ ਕਰਨੀ, ਸੇਵੇ ਸਿੱਖ ਸੋ ਖੋਜ ਲਹੈ। ਜਿਹੜਾ ਗੁਰੂ ਦੀ ਸੇਵਾ ਨੂੰ ਸਮਰਪਿਤ ਹੋ ਜਾਂਦਾ, ਸਾਹਿਬ ਕਹਿੰਦੇ ਇਹ ਮਨ ਚਲ ਤੋ, ਇਹ ਜਿਹੜਾ ਮਨ ਰੁਕਦਾ ਹੀ ਨਹੀਂਗਾ, ਗੁਰੂ ਰੋਕ ਦਿੰਦਾ ਹੈ, ਠਾਕ ਦਿੰਦਾ ਹੈ ਉਸ ਨੂੰ। ਤੇ ਕਹਿਣ ਲੱਗੇ ਗਿਆਨ ਤੁਸੀਂ ਕਿਸ ਨੂੰ ਕਹਿੰਦੇ ਹੋ? ਗਿਆਨ ਕੀ ਮੁੰਦਰਾ ਕਵਣ ਕਥੀ ਅਲੇ। ਸਾਹਿਬ ਕਹਿੰਦੇ ਅਕਲ ਪਤ ਮੁਦਰਾ ਅਕਲ ਪਦ ਮੁਦਰਾ ਗੁਰ ਗਿਆਨ ਵਿਚਾਰੀ ਅਲੇ। ਕਹਿਣ ਲੱਗੇ ਫਿਰ ਉਹ ਕਿਹੜੀ ਚੀਜ਼ ਮਿਲਦੀ ਆ ਗੁਰੂ ਕੋਲੋਂ? ਗੁਰੂ ਪੋਥੀਆਂ ਦਿੰਦਾ, ਗੁਰੂ ਕਿਤਾਬਾਂ ਦਿੰਦਾ ਵੀ ਪੜ੍ਹ ਲਾ? ਨਹੀਂ ਨਹੀਂ। ਨਾਨਕ ਦੂਜੀ ਕਾਰ ਨਾ ਕਰਨੀ, ਸੇਵੇ ਸਿੱਖ ਸੋ ਖੋਜ ਲੈ। ਜਦੋਂ ਕੋਈ ਸਿੱਖ ਗੁਰੂ ਦੀ ਸੇਵਾ ਨੂੰ ਸਮਰਪਿਤ ਹੁੰਦਾ ਹੈ, ਸਾਹਿਬ ਕਹਿੰਦੇ ਕਿ ਇਹ ਮਨ ਚਲ ਤੋ ਸੱਚ ਕਰ ਬੈਸੇ। ਪਹਿਲਾ ਕੰਮ ਗੁਰੂ ਕਰਦਾ ਹੈ ਕਿ ਸਿੱਖ ਦੇ ਮਨ ਨੂੰ ਰੋਕ ਦਿੰਦਾ ਹੈ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਜਿਨ੍ਹਾਂ ਚਿਰ ਅੰਦਰ ਚੰਚਲਤਾਈ ਹੈ, ਚਤਰਾਈਆਂ ਨੇ, ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਗੁਰੂ ਇਹ ਕੰਮ ਕਰਦਾ ਕਿ ਇਹ ਮਨ ਚਲ ਤੋ ਸੱਚ ਕਰ ਬੈਸੇ। ਲੈਣੇ ਦਾ ਰੋਕਦਾ ਹੀ ਕਰਤਾਰਪੁਰ। ਤੇ ਮੈਂ ਕਹ ਸਾਹਿਬ ਕਹਿੰਦੇ ਜਦੋਂ ਗੁਰੂ ਮਨ ਰੋਕ ਦਿੰਦਾ ਹੈ ਨਾ, ਤੇ ਜਦੋਂ ਮਨ ਰੁਕ ਜਾਂਦਾ ਹੈ, ਫਿਰ ਰੁਕੇ ਹੋਏ ਮਨ ਦੇ ਵਿੱਚ ਗਿਆਨ ਦਾ ਸੂਰਜ ਚੜ੍ਹਦਾ ਹੈ। ਫਿਰ ਜਿੱਦਾਂ ਕਹਿੰਦੇ ਨਾ ਵੀ ਚੰਦਰਮਾ ਰਾਤ ਨੂੰ ਚਮਕ ਰਿਹਾ ਹੋਵੇ ਪੂਰਾ, ਤੇ ਥੱਲੇ ਘੜੇ ਵਿੱਚ ਪਾਣੀ ਹੋਵੇ, ਜਾਂ ਕਿ ਛੱਪੜ ਦੇ ਕੰਢੇ, ਸਰੋਵਰ ਦੇ ਕੰਢੇ ਖਲੋ ਕੇ ਵੇਖੋ, ਤੇ ਚੰਦਰਮਾ ਉੱਤੇ ਚੜਿਆ ਹੋਵੇ ਆਕਾਸ਼ ਤੇ ਉਹ ਚੰਦਰਮਾ ਪਾਣੀ 'ਚ ਐਂ ਦਿਖਦਾ ਪੂਰਾ। ਪਰ ਉਸੇ ਛੱਪੜ ਦੇ ਵਿੱਚ, ਸਰੋਵਰ ਵਿੱਚ ਕੋਈ ਸੋਟਾ ਮਾਰ ਦਿਓ, ਇੱਟ ਵੱਟਾ ਸੁੱਟ ਦਿਓ ਤੇ ਪਾਣੀ ਹਿੱਲਣ ਲੱਗ ਪੈਂਦਾ, ਫਿਰ ਚੰਦਰਮਾ ਅਲੋਪ ਹੋ ਜਾਂਦਾ ਹੈ। ਫਿਰ ਚੰਦਰਮਾ ਦਿਖਦਾ ਨਹੀਂ ਹੈ। ਤੇ ਇਹਦਾ ਇਹ ਵੀ ਮਤਲਬ ਨਹੀਂ ਵੀ ਚੰਦਰਮਾ ਹੈ ਨਹੀਂ ਆ। ਚੰਦਰਮਾ ਹੈਗਾ ਹੈ, ਪਰ ਦਿਖਦਾ ਕਿਉਂ ਨਹੀਂ? ਪਹਿਲੋਂ ਦਿਖਦਾ ਸੀ ਜਦੋਂ ਪਾਣੀ ਖਲੋਤਾ ਸੀ, ਹੁਣ ਪਾਣੀ ਹਿੱਲਣ ਲੱਗ ਪਿਆ ਤੇ ਚੰਦਰਮਾ ਅਲੋਪ ਹੋ ਗਿਆ। ਸਾਹਿਬ ਕਹਿੰਦੇ ਜਿੰਨਾ ਚਿਰ ਮਨ ਹਿੱਲਦਾ ਹੈ, ਇੱਕ ਤੇ ਹਿੱਲਦਾ ਹੈ ਤੇ ਇੱਕ ਰੌਲਾ ਬੜਾ ਪਾਉਂਦਾ ਵਾ, ਸਿਆਪਾ। ਸਾਹਿਬ ਕਹਿੰਦੇ ਜਿੰਨਾ ਚਿਰ ਮਨ ਹਿੱਲਦਾ ਵਾ,
ਤੇ ਜਿੰਨਾ ਚਿਰ ਮਨ ਰੌਲਾ ਪਾਉਂਦਾ ਵਾ ਉਹਨਾਂ ਚਿਰ ਸੱਚ ਦਾ ਗਿਆਨ ਨਹੀਂ ਹੁੰਦਾ। ਹੈ ਹਜੂਰ ਕਤ ਦੂਰ ਬਤਾਵੋ, ਦੁੰਦਰ ਬਾਂਧੋ ਸੁੰਦਰ ਪਾਵੋ। ਜਿੱਦਣ ਰੌਲਾ ਮੁੱਕ ਗਿਆ, ਜਿੱਦਣ ਚਿੱਤ ਟਿਕ ਗਿਆ, ਤੇ ਹੈ ਹਜੂਰ ਹਾਜ਼ਰ ਨਾਜ਼ਰ ਕਿਸ ਪੈ ਕਰੂੰ ਦੁਰਾਈ। ਉਸ ਦਿਨ ਰੱਬ ਦੀ ਹਜ਼ੂਰੀ, ਉਸ ਦਿਨ ਨਾਨਕ ਸੱਚ ਦਤਾਰ ਸਨਾਖਤ ਕੁਦਰਤੀ। ਕਿਸ ਦਿਨ? ਜਿਸ ਦਿਨ ਚਿੱਤ ਟਿਕ ਗਿਆ। ਜੇ ਚਿੱਤ ਨਾ ਟਿਕਿਆ ਤੇ ਸਭ ਕਹਿੰਦੇ ਨੇ ਅੰਤਰ ਮੈਲ ਨਿਰਮਲ ਨਹੀਂ ਕੀਨਾ, ਅੰਦਰ ਮੈਲ ਨਹੀਂ ਟਿਕਣ ਦਿੰਦੀ। ਬਾਹਰ ਭੇਖ ਸੰਨਿਆਸੀ, ਬਾਹਰੋਂ ਕੱਪੜੇ ਧਰਮ ਦੇ ਪਾਏ ਹੋਏ ਨੇ, ਕੱਪੜੇ ਧਰਮ ਹੈ ਹੀ ਕੋਈ ਨਹੀਂ ਹੈ। ਡੱਬੇ ਹੀ ਡੱਬੇ ਨੇ, ਡੱਬੇ ਵਿੱਚ ਕੁਛ ਵੀ ਨਹੀਂ, ਆਟਾ ਦਾਲ ਕੁਛ ਵੀ ਨਹੀਂ, ਖਾਲੀ ਡੱਬੇ ਨੇ। ਤੇ ਖਾਲੀ ਡੱਬਿਆਂ ਤੋਂ ਜੰਗਾਲ ਲੱਗ ਜਾਂਦੇ ਨੇ। ਸਭ ਕਹਿਣ ਲੱਗੇ ਵੀ ਅੰਤਰ ਮੈਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਸੰਨਿਆਸੀ। ਬਾਹਰੋਂ ਧਰਮ ਦੇ ਕੱਪੜੇ ਪਾਏ ਹੋਏ ਨੇ, ਅੰਦਰੋਂ ਬਦਮਾਸ਼ ਨੇ। ਹਿਰਦੇ ਕਮਲ ਘਟ ਬ੍ਰਾਹਮਣ ਨਾ ਚੀਨਿਆ, ਕਾਹੇ ਪਿਆ ਸੰਨਿਆਸੀ। ਕਾਹਦਾ ਸੰਨਿਆਸੀ ਆ ਤੂੰ? ਹਿਰਦੇ ਵਿੱਚ ਤੇ ਮੈਲ ਵਾ ਤੇਰੇ। ਕਾਹਦਾ ਧਰਮੀ ਆ ਤੂੰ? ਹਿਰਦੇ ਚ ਤੇ ਮੈਲ ਰੱਖ ਕੇ ਬੈਠਾ ਹੋਇਆ ਵਾ। ਭਗਤ ਤਰਲੋਚਨ ਜੀ ਦਾ ਸ਼ਬਦ ਹੈ, ਭਰਮੇ ਪੂਲੀ ਰੇ ਜੈ ਚੰਦਾ। ਕਿ ਜੈ ਚੰਦ ਦੇ ਨਾਂ ਵਿਅਕਤੀ ਦੇ ਨਾਲ ਕੋਈ ਗੱਲ ਹੋ ਰਹੀ ਆ। ਕਹਿਣ ਲੱਗੇ ਜੈ ਚੰਦ ਜੀ, ਇਹ ਬੰਦੇ ਦੀ ਬੁੱਧੀ ਭੁੱਲੀ ਹੋਈ ਆ, ਮਤ ਭੁੱਲੀ ਹੋਈ ਆ। ਮਤ ਭੂਲੇ ਰੇ ਮਨ ਚੇਤ ਹਰੀ, ਬਿਨ ਗੁਰ ਮੁਕਤ ਨਹੀਂ ਤਰੈ ਲੋਈ, ਗੁਰਮੁਖ ਪਾਈਏ ਨਾਮ ਹਰੀ। ਭਰਮੇ ਭੁੱਲੀ ਰੇ ਜੈ ਚੰਦਾ, ਇਹ ਲੁਕਾਈ ਭੁੱਲੀ ਹੋਈ ਆ। ਬੰਦੇ ਦੀ ਮੱਤ ਵੀ ਭੁੱਲੀ ਹੋਈ ਆ। ਤੇ ਭੁੱਲੀ ਹੋਈ ਮੱਤ ਵਿੱਚ ਰਤਨ ਜਵਾਹਰ ਨਹੀਂ ਹੁੰਦੇ। ਭਟਕੀ ਹੋਈ ਮੱਤ ਵਿੱਚ ਰਤਨ ਜਵਾਹਰ ਨਹੀਂ ਹੁੰਦੇ। ਰਤਨ ਜਵਾਹਰ ਤਾਂ ਟਿਕੀ ਹੋਈ ਮੱਤ ਵਿੱਚ ਹੁੰਦੇ ਨੇ। ਰਤਨ ਜਵਾਹਰ ਮੱਤ ਵਿੱਚ ਰਤਨ ਜਵਾਹਰ ਮਾਨਕ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਭਰਮੇ ਭੁੱਲੀ ਰੇ ਜੈ ਚੰਦਾ। ਇਹ ਜੈ ਚੰਦ ਜੀ ਭਗਤ ਤਰਲੋਚਨ ਦੇ ਨਾਲ ਗੋਸ਼ਟ ਹੋ ਰਹੀ ਹੈ। ਗੋਸ਼ਟ ਕਰਨ ਸਭੇ ਉਠਿਆਈ। ਹੁਣ ਲੋਕੀ ਗੋਸ਼ਟ ਨਹੀਂ ਕਰਦੇ, ਹੁਣ ਗੋਸ਼ਟ ਦੇ ਨਾਂ ਤੇ ਲੋਕੀ ਝਗੜਾ ਕਰਦੇ। ਹੱਥ ਵਿੱਚ ਡਾਂਗ ਫੜੀ ਤੇ ਕਹਿ ਰਿਹਾ ਮੇਰੇ ਨਾਨਕ ਕੋ ਗਿਆਨ ਗੋਸ਼ਟ ਕਰੋ। ਹੱਥ ਵਿੱਚ ਡੰਡਾ, ਤੇ ਜਿਹਨੇ ਪਹਿਲੋਂ ਡੰਡਾ ਫੜਿਆ ਗਿਆਨ ਗੋਸ਼ਟ ਤੋਂ, ਤੇ ਉਹ ਗਿਆਨ ਗੋਸ਼ਟ ਕਰਦਿਆਂ ਕਿ ਇਹਦਾ ਸਿਰ ਹੀ ਪਾੜੂਗਾ। ਭਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਰੱਬ ਨੂੰ ਜਾਣਿਆ ਹੀ ਨਹੀਂਗਾ, ਧਰਮ ਨੂੰ ਪਛਾਣਿਆ ਹੀ ਨਹੀਂਗਾ। ਧਰਮ ਦੇ ਕੱਪੜੇ ਪਾ ਕੇ ਲੋਕੀ ਤੁਰੇ ਫਿਰਦੇ ਨੇ। ਕਰ ਕਰ ਖਾਇਆ ਪਿੰਡ ਵਧਾਇਆ। ਇਹਦੀ ਆਪਾਂ ਹੁਣ ਕੱਲ ਨੂੰ ਵਿਆਖਿਆ ਕਰਾਂਗੇ। ਇਸ ਸ਼ਬਦ ਨੂੰ ਲੈ ਕੇ ਕੱਲ ਨੂੰ ਆਪਾਂ ਖੁਲਾਸਾ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ ਏਕਾ ਮਾਈ ਜੁਗਤ ਵਿਆਹੀ। ਇਹਦੇ ਅਰਥ ਲੋਕਾਂ ਨੇ ਬੜੇ ਗੁੰਝਲਦਾਰ ਕੀਤੇ ਹੋਏ ਨੇ, ਪਰ ਆਪਾਂ ਕੋਈ ਗੁੰਝਲ ਪਾਉਣੀ ਨਹੀਂ ਹੈ। ਏਕਾ ਮਾਈ ਤੇ ਅਗਲੇ ਇਹ ਸਵਾਲ ਵਾ, ਜੁਗਤ ਵਿਆਹੀ ਇਹ ਜਵਾਬ ਵਾ। ਤੇ ਜਦੋਂ ਕੋਈ ਵਿਆਹ ਜਾਂਦਾ ਉਹ ਤੋਂ ਫਿਕਾ ਧੀਆਂ ਪੁੱਤ ਜੰਮਦੇ ਨੇ। 3 ਚੇਲੇ, 3 ਬੱਚੇ ਗਾਂ ਪੈਦਾ ਹੋ ਗਏ, ਧੀਆਂ ਪੁੱਤ। ਉਹ ਕਿਹੜੇ 3 ਚੇਲੇ? ਉਹਨਾਂ ਦਾ ਨਾਂ ਕੀ ਆ? ਇੱਕ ਸੰਸਾਰੀ, ਦੂਜੇ ਦਾ ਨਾਂ ਭੰਡਾਰੀ, ਤੀਜੇ ਦਾ ਕੀ ਨਾਂ ਜੀ? ਲਾਏ ਦੀ ਬਾਣ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਇਹ ਸਵਾਲ ਵਾ। ਉਹ ਵੇਖੇ
ਤੇ ਜਵਾਬ ਕੀ ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹ ਵਡਾਨ, ਇਹ ਹੈਰਾਨਗੀ ਵਾਲੀ ਵੱਡੀ ਗੱਲ ਆ ਮੇਰੇ ਵਾਸਤੇ। ਉਹ ਵੇਖੇ ਉਹਨਾਂ ਨਾਲ ਬਹੁਤਾ ਇਹ ਵਡਾਨ। ਤਿੰਨ ਚੇਲੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ। ਜੋ ਤਿਸ ਭਾਵੈ, ਇਹ ਤੁਕ ਵਿੱਚੋਂ ਨਿਕਲ ਗਈ ਸੀ। ਜੋ ਤਿਸ ਭਾਵੈ ਤਿਵੇਂ ਚਲਾਵੇ, ਜਿਵ ਹੋਵੇ ਫੁਰਮਾਨ। ਉਹ ਵੇਖੇ ਕੌਣ? ਉਹ ਵੇਖੇ ਉਹਨਾਂ ਨਦਰ ਨਾਲ ਬਹੁਤ ਆਏ ਵਡਾਨ। ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹਦੀ ਵਿਆਖਿਆ ਆਪਾਂ ਕੱਲ ਨੂੰ ਇਸ ਪੌੜੀ ਦੀ ਕਰਾਂਗੇ। ਉਹ ਮਾਈ ਕੌਣ ਵਾ, ਉਹ ਕਿਹਦੇ ਨਾਲ ਵਿਆਹੀ ਆ, ਤੇ ਕਿੱਦਾਂ ਬੱਚੇ ਪੈਦਾ ਹੋਏ ਨੇ, 3 ਬੱਚੇ ਕਿੱਦਾਂ ਪੈਦਾ ਹੋ ਗਏ ਨੇ। ਇਹ ਬੜੇ ਗੁੰਝਲਦਾਰ ਦਾ ਮਸਲਾ ਵਾ। ਕੱਲ ਨੂੰ ਆਪਾਂ ਇਹਦਾ ਖੁਲਾਸਾ ਕਰਾਂਗੇ। ਤੇ ਫਿਰ ਆਸਣ ਲੋਹੇ ਲੋਹੇ ਭੰਡਾਰ, 2 ਪੌੜੀਆਂ ਦੀ ਹੁਣ ਆਪਾਂ ਕਥਾ ਮੁਕੰਮਲ ਕਰ ਚੁੱਕੇ ਹਾਂ। ਮੁੰਦਾ ਸੰਤੋਖ ਤੇ ਭੁਗਤ ਗਿਆਨ। ਹੁਣ ਇਹਨੂੰ ਕੋਈ ਇਸ ਨੂੰ ਖੋਲ੍ਹਣ ਦੀ ਕੋਈ ਲੋੜ ਨਹੀਂ ਹੈ। 4 ਦਿਨ ਆਪਾਂ ਇਹਨਾਂ 2 ਪੌੜੀਆਂ ਤੇ ਲਾਤੇ ਆ, ਤੇ ਹੁਣ 2-3 ਦਿਨ ਆਪਾਂ ਅਗਲੀਆਂ 2 ਪੌੜੀਆਂ ਤੇ ਲਾਵਾਂਗੇ। ਉਹ ਮਾਈ ਕੌਣ ਵਾ, ਉਹ ਕਿਹਦੇ ਨਾਲ ਵਿਆਹੀ ਸੀ, ਉਹ ਬੱਚੇ ਕਿੱਦਾਂ ਪੈਦਾ ਹੋ ਗਏ। ਇਹ ਕੱਲ ਨੂੰ ਆਪਾਂ ਵਿਆਖਿਆ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।